ਤੁਸੀਂ ਹਾਲਾਤ ਦੇਖੋ ਕੀ ਕਰਦੇ ਅੱਜ ਦਾ ਹੀ ਦੇਖੋ। ਚਲੋ ਤੁਸੀਂ ਰਾਜਪੁਰੇ ਦੀ ਪ੍ਰੈਸ ਸਾਰੀ ਵਾਲਿਆਂ ਨੇ ਧਰਨਾ ਮਾਰਿਆ 66 ਬੰਦਿਆਂ ਦੇ ਇਲੈਕਸ਼ਨ ਕੱਟੇ ਪਿਛਲੇ 5 ਸਾਲ ਸਰਕਾਰ ਸੀ। ਹਰਦਿਆਲ ਸਿੰਘ MLA ਸੀ, ਕਦੇ ਇੱਕ ਦੀ ਵੀ ਕੋਈ ਸਮੱਸਿਆ। ਮੈਂ ਤਾਂ ਹੈਰਾਨ ਹਾਂ ਹੈ ਕਿਉਂ ਇਹਨਾਂ ਦਾ ਦੁਆਲਾ ਆਪਣਾ ਨਿਕਲਿਆ ਹੈਗਾ, ਲੋਕਾਂ ਨੂੰ ਪਰੇਸ਼ਾਨ ਕਰਨ ਲੱਗੇ। ਇਹ ਸਾਰਾ ਕੁਝ ਕਰ ਰਿਹਾ ਲੋਕਾਂ ਦਾ ਧਿਆਨ ਬਦਲਣ ਵਾਸਤੇ। ਕਿ ਤੁਸੀਂ ਸਾਡੇ ਕਨੀ ਸਰਕਾਰ ਦੇ ਨਹੀਂ ਨਾ ਧਿਆਨ ਦਿਓ ਕਿ ਤੁਹਾਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਤੰਗ ਹੋ ਕਰ। ਸੋ ਅੱਜ ਤੋਂ ਪੂਰੇ ਪੰਜਾਬ 'ਚ ਬਿਜਲੀ ਦਾ ਬਹੁਤ ਭਾਰੀ ਮੁੱਦਾ ਬਣ ਗਿਆ। ਮੈਂ ਤੁਹਾਨੂੰ ਅੱਜ ਦੀ ਗੱਲ ਦੱਸਦਾ, ਅੱਜ ਜਿਹੜੀ ਸਪਲਾਈ ਆ 7100 ਮੈਗਾਵਾਟ ਦੀ ਕੰਜਪਸ਼ਨ ਤੇ ਪ੍ਰੋਡਕਸ਼ਨ ਘੱਟ ਆ। ਜਦ ਅੱਜ 18 ਘੰਟੇ ਦੇ ਕੱਟ ਲੱਗਦੇ ਪਿੰਡਾਂ ਦੇ ਵਿੱਚ ਤੁਸੀਂ ਜਾਓ, ਲੋਕ ਇਹ ਕਹਿਣਗੇ ਸਾਨੂੰ 2-3 ਘੰਟੇ ਆਉਂਦੀ ਹੈ, ਪਾਣੀ ਦੀ ਟੈਂਕੀ ਨਹੀਂ ਪੈਂਦੀ, ਪਾਣੀ ਪਲਾਣ ਵਾਸਤੇ ਸਾਡੇ ਕੋਲ ਪਾਣੀ ਨਹੀਂ। ਅੱਜ ਇਹ ਹਾਲਾਤ ਹੈਗੇ ਆ, ਅੱਜ ਤੋਂ 20 ਦਿਨ ਬਾਅਦ 15 ਦਿਨ ਬਾਅਦ ਕੋਲਾ ਇਹਨਾਂ ਕੋਲ ਹੈ ਨਹੀਂ। ਸਿਰਫ ਆ ਜਿਹੜਾ ਥਰਮਲ ਪਲਾਂਟ ਅੱਧੀ ਸਮਰੱਥਾ ਤੇ ਚੱਲ ਰਿਹਾ, ਬਾਕੀ ਤਿੰਨੇ ਕੋਲਾ ਇਹਨਾਂ ਦੇ ਕੋਲ ਹੈ ਨਹੀਂ। ਅੱਜ ਤੋਂ 15-20 ਦਿਨ ਬਾਅਦ ਅਸੀਂ ਝੋਨਾ ਲਾਣਾ, ਝੋਨੇ 'ਚ ਚਾਹੀਦਾ ਸਾਨੂੰ 16 ਤੋਂ ਲੈ ਕੇ 17,000 ਮੈਗਾਵਾਟ। 10,000 ਮੈਗਾਵਾਟ ਕਿੱਥੋਂ ਲੈ ਕੇ? ਫਿਰ ਤੁਸੀਂ ਕਹਿੰਦੇ ਅਸੀਂ 300 ਯੂਨਿਟ ਅਸੀਂ ਜਿਹੜੇ ਮਾਫ ਕਰਨੇ ਆ। ਤੁਸੀਂ ਮੈਨੂੰ ਇੱਕ ਦੱਸੋ, ਤੁਸੀਂ 300 ਯੂਨਿਟ ਦੀ ਪਹਿਲੀ ਗੱਲ ਤਾਂ 4 ਵਾਰੀ ਤੁਸੀਂ ਬਦਲ ਗਏ, 4 ਵਾਰੀ ਸਟੈਂਡ ਬਦਲ ਲਿਆ ਸਰਕਾਰ ਨੇ ਤੇ 300 ਯੂਨਿਟਾਂ ਦੇ ਪਿੱਛੇ ਇਹ ਤਾਂ ਸਿਰਫ ਟੰਗ ਟਪਾਣ ਕਰਕੇ ਲੱਗੇ ਹੋਏ ਹੈਗੇ। ਅੱਜ ਮੈਂ ਦੇਖ ਰਿਹਾ ਕਿ ਮੁੱਖ ਸਾਹਿਬ ਕਹਿੰਦੇ ਮੈਂ ਦਿੱਲੀ ਦੇ ਸਕੂਲਾਂ ਦਾ ਜਿਹੜੇ ਮੈਂ ਦੇਖ ਰਿਹਾ ਸੀ, ਉੱਥੇ ਮੈਂਬਰ ਪਾਰਲੀਮੈਂਟ ਹੈਗੇ ਮਿਸਟਰ ਤਵਾੜੀ ਤੇ ਉਹ ਕਹਿੰਦੇ ਮੇਰੇ ਹਲਕੇ ਦੇ ਆ ਕੇ ਸਕੂਲ ਹੁਣ ਮੇਰੀ ਤੁਸੀਂ ਰਾਜਪੁਰੇ ਜਾਓ, ਕਿਹੜਾ ਸਕੂਲ ਆ ਜਿਹਦੀ ਮਾੜੀ ਪੋਜੀਸ਼ਨ ਹੈ ਜੀ ਪੰਜਾਬ? ਜੇ ਪੰਜਾਬ ਦਾ ਸਿੱਖਿਆ ਪੱਧਰ ਉੱਚਾ ਸੀ ਤਾਂ ਦੇਸ਼ ਦੇ ਵਿੱਚ ਨੰਬਰ 1 ਤੇ ਆਇਆ ਸੀ ਸਰਕਾਰ ਦੇ ਟਾਈਮ। ਅੱਜ ਫੇਰ ਕਿਉਂ ਉਹ ਨਿਚਲੇ ਪੱਧਰ ਤੇ ਚਲੇ ਗਏ? ਸੋ ਇਹ ਸਾਰਾ ਕੁਝ ਜਿਹੜਾ ਹੈਗਾ ਦੱਸਣ ਦੇ ਲਈ ਅਤੇ ਖਾਸ ਕਰਕੇ ਅੱਜ ਦਾ ਜਿਹੜਾ ਮੁੱਦਾ ਹੈ, ਅਸੀਂ ਥਰਮਲ ਪਲਾਂਟ ਦੇ ਬਾਹਰ ਧਰਨਾ ਮਾਰਿਆ ਸੁਰੱਖਿਆ ਨੂੰ ਲੈ ਕੇ ਤੇ ਤਾਂ ਕਿ ਸਰਕਾਰ ਨੂੰ ਇਹ ਲੋਕਾਂ ਨੂੰ ਵੀ ਦੱਸਣ ਦੇ ਲਈ ਸਰਕਾਰ ਨੂੰ ਕਿ ਬਿਜਲੀ ਨਹੀਂ ਹੈਗੀ ਪੰਜਾਬ ਦੇ ਕੋਲ, ਇਹ ਤੁਹਾਡੇ ਕੋਲ ਤੁਹਾਡਾ ਮੂਰਖ ਬਣਾ ਰਿਹਾ। ਔਰ ਮੈਨੂੰ ਇਹ ਲੱਗਾ ਅੱਜ ਮੈਨੂੰ ਪਤਾ ਲੱਗਿਆ ਸੀਗਾ ਕਿ ਇੱਥੇ ਖੰਨੇ ਦੇ ਨੇੜੇ ਜਿਹੜਾ ਹੈਗਾ ਲੋਕਾਂ ਉੱਤੇ ਜਿਹੜਾ ਹੈਗਾ ਹਾਈਵੇ ਜਿਹੜਾ ਉਹ ਬੰਦ ਕੀਤਾ ਹੋਇਆ ਹੈ। ਤੇ ਇਹ ਤੁਹਾਨੂੰ ਮੈਂ ਦੱਸ ਦਿੰਦਾ ਕਿ ਅੱਜ ਤੋਂ 15 ਦਿਨ ਬਾਅਦ ਦੇਖੋ ਤੁਸੀਂ, ਅੱਜ ਜਿਹੜੀ ਅਸੀਂ ਸ਼ੁਰੂਆਤ ਕੀਤੀ ਆ ਪੂਰਾ ਪੰਜਾਬ ਸ਼ਾਮ ਨੂੰ ਆਰਡਰ ਰੱਦ ਹੋ ਜਾਂਦੇ ਆ। ਜਿੱਦਾਂ ਉਹ ਜਗਾੜੂ ਰੇਡੀ ਕਰਿਆ ਸੀਗਾ ਸ਼ਾਮ ਨੂੰ, ਪਤਾ ਨਹੀਂ ਕਿੰਨੇ ਆਰਡਰ ਕੀਤਾ ਤੇ ਕਿਆ ਕਿਹੜਾ ਚੌਂਕ ਕੀਤਾ। ਜਿਹੜੇ ਆਰਡਰ ਹੁੰਨੇ ਉਹ ਦਿੱਲੀ ਤੋਂ ਹੁੰਨੇ, ਮੁੱਖ ਮੰਤਰੀ ਸਾਹਿਬ ਨੂੰ ਤਾਂ ਕੋਈ ਪਤਾ ਹੀ ਨਹੀਂ ਹੈ ਕਿ ਇੱਥੇ ਕੀ ਹੋ ਰਿਹਾ ਕੀ ਹੋ ਰਿਹਾ। ਇਹ ਉਹ ਇਸ ਕਰਕੇ ਕੋਈ ਇਹ ਵਧੀਆ ਐਡਮਿਨਿਸਟ੍ਰੇਸ਼ਨ ਨਹੀਂ ਚੱਲ ਰਹੀ ਕਿ 1.5 ਮਹੀਨਾ ਹੋਇਆ ਸਰਕਾਰ ਨੂੰ, 1.5 ਮਹੀਨੇ 'ਚ ਟੋਟਲੀ ਫਲॉप ਹੋ ਗਈ ਇਹ ਸਰਕਾਰ ਤੇ ਆਉਣ ਵਾਲੇ ਸਮੇਂ 'ਚ ਕੋਈ ਵੀ ਇਹਨਾਂ ਕੋਲ ਉਮੀਦ ਨਹੀਂ ਰੱਖੀ ਜਾ ਸਕਦੀ। ਜਿਹੜੇ ਕਹਿੰਦੇ ਨੇ ਵੀ ਐਲਾਨ ਕਰਤਾ ਜਮੀਨ ਦੇ ਕੰਮ ਨਹੀਂ, ਜ਼ਮੀਨ ਦੇ ਕੰਮ ਨਹੀਂ ਹੋਇਆ। ਮੈਂ ਆਪਣੀ ਆਵਾਜ਼ ਨਹੀਂ ਰੱਖਦਾ। ਗਰੀਬ ਲੋਕ ਕਰੋਨਾ ਦੀ ਮਾਰ ਤੋਂ ਪੀੜਤ ਸੀ। ਇੱਕ ਤਾਂ ਮੋਦੀ ਦੀ ਮਹਿੰਗਾਈ ਬੀਜੇਪੀ, ਇੱਕ ਕਰੋਨਾ ਦੀ ਮਾਰ। ਗਰੀਬ ਆਦਮੀ ਜਿਹੜਾ ਸੀ ਉਹ ਵਿਚਾਰਾ ਕਮਾ ਕੇ ਲਿਆਉਂਦਾ ਸੀ, ਉਹੀ ਲੈ ਕੇ ਉਹਦੇ ਜੀ ਰਾਸ਼ਨ ਲਿਆਉਣਾ, ਉਹਦੇ ਜੀ ਦੁੱਧ ਲਿਆਉਣਾ, ਉਹਦੇ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਲਾਕਡਾਊਨ ਲੱਗ ਗਿਆ, ਵਿਚਾਰਾ ਕਮਾਈ ਉਹ ਬੈਠ ਗਿਆ ਘਰੇ ਬੈਠਣ ਨਾਲ ਪਰਿਵਾਰ ਭੁੱਖਾ ਮਰਨ ਲੱਗ ਗਿਆ। ਉਸ ਵਕਤ ਦੇ ਟੁੱਟੇ ਹੋਏ ਲੋਕ, ਦਬੇ ਕੁਚਲੇ ਲੋਕ ਕਿਸ ਨੇ ਬਚਾਏ? ਸਰਦਾਰ ਚਰਨਜੀਤ ਸਿੰਘ ਚੰਨੀ ਔਰ ਕਾਂਗਰਸ ਸਰਕਾਰ ਨੇ ਬਚਾਏ। ਕਾਂਗਰਸ ਸਰਕਾਰ ਨੇ ਬਹੁਤ ਬੜੀ ਗਰੀਬ ਦੀ, ਕਿਸਾਨ ਦੀ। ਉਹ ਕਿਸ ਤਰ੍ਹਾਂ ਵੀ ਸਾਡੇ ਲੋਕਾਂ ਦੇ ਲਾਕਡਾਊਨ ਹੋਣ ਕਰਕੇ, ਕਮਾਈ ਨਾ ਕਰਨ ਕਰਕੇ, ਦਿਹਾੜੀ ਦੱਪੇ ਨਾ ਕਰਨ ਕਰਕੇ ਉਹਨਾਂ ਦਾ ਜਿਹੜਾ ਬਿੱਲ ਸੀ ਬਿਜਲੀ ਦਾ ਉਹਨਾਂ ਦੇ ਬਹੁਤ ਹੋ ਗਿਆ। ਕਿਹਦਾ 20,000, ਕਿਹਦਾ 10,000, ਕਿਹਦਾ 50,000। ਗਰੀਬਾਂ ਦੇ ਬਿੱਲ, ਮੀਡੀਅਮ ਲੋਕ, ਗਰੀਬਾਂ ਦੇ ਕੀ 2 ਕਿਲੋਵਾਟ ਤੱਕ ਸਾਰੇ ਵਿੱਚ ਆ ਗਏ ਸੀ। ਅਮੀਰ ਗਰੀਬ ਸਾਰੇ ਵਿੱਚੇ ਸੀ। ਜਿਹੜੇ ਲੋਕਾਂ ਦੇ ਬਿੱਲ ਰੁਕੇ ਹੋਏ ਸੀ ਬਕਾਇਆ,
ਸਰਦਾਰ ਚਰਨਜੀਤ ਸਿੰਘ ਜੀ ਨੇ ਪਹਿਲਾ ਕੰਮ ਇਹ ਕੀਤਾ ਵੀ ਜਿੰਨੇ ਬਕਾਏ ਰੁਕੇ ਹੋਏ ਆ 2 ਕਿਲੋਵਾਟ ਤੱਕ ਉਹ ਸਾਰੇ ਬਕਾਏ ਮਾਫ ਕਰ ਦਿਓ। ਸਾਰੇ ਬਕਾਏ ਮਾਫ ਹੋਏ ਆ, ਕੋਈ ਕਹਿ ਨਹੀਂ ਸਕਦਾ ਵੀ ਮੇਰਾ ਬਕਾਇਆ ਮਾਫ ਨਹੀਂ ਹੋਇਆ। ਮੇਰੇ ਕੋਲ ਲਿਸਟ ਆ, ਮੈਂ ਆਪਣੀ ਵਾਰਡ ਦੀ ਗੱਲ ਕਰਦਾ। 20 ਲੱਖ ਰੁਪਈਆ ਜਿਹੜੇ ਦਵੇ ਕੋਈ ਮਾਫ ਹੋਇਆ, ਸਰਕਾਰ ਨੇ ਕੀਤਾ, ਕਾਂਗਰਸ ਸਰਕਾਰ ਨੇ ਕੀਤਾ। 5 ਸਾਲਾਂ ਦੀ ਪੰਜਾਬ ਦੀ ਕਾਇਆ ਕਰਨੀ ਕਾਂਗਰਸ ਸਰਕਾਰ, ਪਰ ਇਹਨਾਂ ਨੇ ਗੁੰਮਰਾਹ ਕੀਤਾ। ਕਹਿਣ ਨੂੰ ਤਾਂ ਗੱਲਾਂ ਸਾਰਾ ਦਿਨ ਲੱਗੇ ਰਹੀਏ, ਮੁੱਕਦੀਆਂ ਨਹੀਂ। ਹੋਰ ਵੀ ਕਈ ਫੈਸਲੇ ਚੰਨੀ ਸਾਹਿਬ ਨੇ ਲਏ ਆ, ਚਾਹੇ ਦਿਨ ਹੈ ਚਾਹੇ ਰਾਤ ਹੈ, ਚਾਹੇ ਕੋਈ ਰਸਤੇ 'ਚ ਖੜ ਗਿਆ ਉੱਥੇ ਗੱਡੀ ਰੋਕ ਲਈ ਚੰਨੀ ਜੀ ਨੇ, ਲਿਓ ਭਾਈ ਦੱਸੋ ਕੀ ਕੰਮ ਹੈ। ਜੇ ਕੋਈ ਰਾਤ ਦੇ 11 ਵਜੇ ਪਹੁੰਚ ਗਿਆ ਤੇ ਕੰਧ ਵੀ ਬੈਠ ਗਏ। ਮੁੱਖ ਮੰਤਰੀ ਵਾਲੀ ਕੋਈ ਗੱਲ ਨਹੀਂ ਉਹਨਾਂ ਕੋਲ ਵੀ ਮੈਂ ਮੁੱਖ ਮੰਤਰੀ ਹਾਂ, ਮੈਂ ਕੁਰਸੀ ਤੇ ਬੈਠ ਕੇ ਕੰਮ ਕਰੂੰ ਜਾਂ ਮੈਂ ਦਫ਼ਤਰ ਜਾ ਜੀ। ਜਿੱਥੇ ਕੋਈ ਮਿਲਿਆ ਉੱਥੇ ਬਹਿ ਗਿਆ, ਉੱਥੇ ਬਹਿ ਕੇ ਕੰਮ ਕੀਤਾ ਅਗਲੇ ਦਾ। ਬਹੁਤ ਵਧੀਆ ਆਪਣੀ ਜ਼ਿੰਦਗੀ 'ਚ ਭਵਿੱਖ 'ਚ ਅਗਰ ਕੋਈ ਆਨੰਦ ਆਇਆ ਤੇ 111 ਦਿਨ ਦੀ ਸਰਕਾਰ 'ਚ ਆਇਆ, ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦੀ ਸਰਕਾਰ 'ਚ ਆਇਆ। ਇਹ ਮੈਂ ਤੁਹਾਨੂੰ ਕਲੀਅਰ ਕਰਾਂ, ਅਸੀਂ ਇਹ ਬਿਲਕੁਲ ਮਹਿਸੂਸ ਕੀਤਾ। ਤੇ ਇਹਨਾਂ ਦਾ ਕੀ ਕਹਿਣਾ ਹੈ, ਵੱਡੇ ਲੀਡਰ ਸਾਡੇ ਬੈਠੇ ਨੇ, ਬਹੁਤ ਕੁਝ ਦੱਸਣਗੇ। ਇਹਨਾਂ ਨੇ ਸਮਝ ਬਾਗ ਦਿਖਾਏ ਆ। ਅਸੀਂ ਪੂਰਨ ਪਾਰਟੀ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਸਾਡੇ ਵੱਲੋਂ ਪੂਰਾ ਸਹਿਯੋਗ ਹੋਏਗਾ। ਜਦੋਂ ਵੀ ਪਾਰਟੀ ਕੋਈ ਸਾਡੀ ਡਿਊਟੀ ਲਾਉਂਦੀ ਆ, ਹੁਕਮ ਲਾਉਂਦੀ ਆ, ਅਸੀਂ ਉਸ ਤੇ ਖਰੇ ਉਤਰਾਂਗੇ ਔਰ ਇਸ ਝੂਠੀ ਸਰਕਾਰ ਨੂੰ ਚੱਲਦਾ ਕਰਨ ਦੇ ਲਈ ਅਸੀਂ ਹਰੇਕ ਯੋਗਦਾਨ ਪਾਵਾਂਗੇ, ਦਿਨ ਰਾਤ ਇੱਕ ਕਰਾਂਗੇ। ਇੰਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸ਼੍ਰੀ ਭਜਨ ਲਾਲ ਜੀ ਦਾ, ਜਿਨ੍ਹਾਂ ਕਿ ਬੜੇ ਹੀ ਵਿਸਥਾਰ ਦੇ ਵਿੱਚ ਤੁਹਾਨੂੰ ਦੱਸਿਆ। ਸਾਡੇ ਵਿਚਕਾਰ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਦਲਿੰਦਰਪਾਲ ਸਿੰਘ ਜੀ ਰਾਲੀ ਜੀ, ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ, ਅਨੁਜ ਤ੍ਰਿਵੇਦੀ ਜੀ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸਰਦਾਰ ਜਸਵਿੰਦਰ ਸਿੰਘ ਜੀ ਜਰਗੀਆਂ ਜਨਰਲ ਸਕੱਤਰ BC ਸੈੱਲ ਪੰਜਾਬ, ਸਰਦਾਰ ਬਲਿਹਾਰ ਸਿੰਘ ਜੀ ਬਲਾਕ ਪ੍ਰਧਾਨ, ਸ਼੍ਰੀ ਸਰਦਾਰ JK ਸਿੰਘ ਜੀ, ਸਰਦਾਰ ਸੁਰਿੰਦਰ ਸਿੰਘ ਕੰਬੋਜ ਜੀ, ਉਹਨਾਂ ਨੂੰ ਵੀ ਇੱਥੇ ਪਹੁੰਚਣ ਤੇ ਜੀ ਆਇਆਂ ਆਖਿਆ ਜਾਂਦਾ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਰਾਜਪੁਰਾ ਤੋਂ MC ਸਰਦਾਰ ਨਾਜਰ ਸਿੰਘ ਜੀ ਮਾਨਸਈਆ XMLA, ਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਰੱਖਣ। ਸਰਦਾਰ ਨਾਜਰ ਸਿੰਘ ਜੀ। ਬਹੁਤ ਹੀ ਸਤਿਕਾਰਯੋਗ ਹਲਕਾ ਰਾਜਪੁਰਾ ਦੇ ਜੁਝਾਰੂ ਵਰਕਰੋ ਤੇ ਲੀਡਰ ਸਾਹਿਬਾਨ, ਤੁਸੀਂ ਇੰਨੀ ਗਰਮੀ 'ਚ ਜਦੋਂ ਕਿ ਚੋਣਾਂ ਹੋ ਚੁੱਕੀਆਂ, ਚੋਣਾਂ ਤੋਂ ਪਹਿਲਾਂ ਤਾਂ ਹਜੇ ਘੱਟ ਵੱਟ ਹੁੰਦੇ ਨੇ, ਉਦੋਂ ਲੀਡਰਾਂ ਨੇ ਮਿਹਨਤ ਕਰਕੇ ਸਾਰਿਆਂ ਨੂੰ ਸੁਨੇਹੇ ਲਾਏ ਹੁੰਦੇ ਨੇ, ਪਰ ਜੋ ਇਲੈਕਸ਼ਨ ਹੋ ਚੁੱਕੀ ਹੋਵੇ ਉਦੋਂ ਇਸ ਤਰ੍ਹਾਂ ਦੇ ਇਸ਼ੂ ਨੂੰ ਲੈ ਕੇ ਵੱਧ ਰਹੀ ਮਹਿੰਗਾਈ ਨੂੰ ਖਾਸ ਕਰਕੇ ਬਿਜਲੀ ਦੀ ਜਿਹੜੀ ਕਿੱਲਤ ਹੈ ਤੇ ਨਾਲ ਰੇਟ ਹੈ, ਉਹਨੂੰ ਲੈ ਕੇ ਤੁਸੀਂ ਆਏ ਹੋ। ਸੋ ਵੱਡੀ ਹਿੰਮਤ ਹੈ ਤੁਹਾਡੀ, ਹੌਸਲਾ ਵੀ ਹੈ ਤੇ ਆਪ ਦੇ ਲੀਡਰ ਸਰਦਾਰ ਸੁਖਦੇਵ ਸਿੰਘ ਜੋ ਦੋਸਤ ਨਾਲ ਤੁਹਾਡਾ ਹੈ ਇੱਕ ਕਿਸਮ ਦਾ ਰਾਬਤਾ। ਸਾਰਿਆਂ ਨੂੰ ਪਿਆਰ ਭਰੀ ਨਮਸਕਾਰ। ਤੁਸੀਂ ਵੇਖ ਰਹੇ ਹੋ ਪੰਜਾਬ ਜੂਮ ਵੈਬ TV। ਮੈਂ ਜਗਨੰਦਨ ਗੁਪਤਾ। ਜਿਵੇਂ ਕਿ ਆਪਾਂ ਹੁਣ ਪਹੁੰਚੇ ਹੋਏ ਹਾਂ ਨਾਭਾ ਦੇ ਥਰਮਲ ਪਲਾਂਟ, ਜਿੱਥੇ ਅੱਜ ਕਾਂਗਰਸ ਪਾਰਟੀ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਧਰਨਾ ਲਾਇਆ ਹੋਇਆ ਹੈ, ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਸਾਬਕਾ ਪ੍ਰਧਾਨ PPCC ਪਹੁੰਚ ਰਹੇ ਨੇ। ਜਲਦੀ ਹੋਰ ਵੀ ਬਾਕੀ ਜਿਹੜੇ ਇੱਥੇ ਨੇ ਹੋਰ ਹਲਕਿਆਂ ਦੇ ਸਾਬਕਾ MLA ਸਾਹਿਬ ਹੋਰ ਕਈ ਪਹੁੰਚੇ ਹੋਏ ਨੇ। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ। ਪਹਿਲੇ ਬੁਲਾਰਿਆਂ ਨੇ ਇਹ ਗੱਲਬਾਤ ਕੀਤੀ ਹੈ। ਸਰ ਕੀ ਨਾਮ ਤੁਹਾਡਾ ਜੀ? ਸੰਜੀਵ ਬਾਂਸੀ। ਅੱਜ ਉਰੇ ਪਹੁੰਚੇ ਹੋਏ ਹੈ ਤੋਂ ਰੋਸ ਧਰਨੇ ਦੀ ਜਾਣਕਾਰੀ ਦਿਓ। ਅਸੀਂ ਸਾਡੇ PCC ਸਰਦਾਰ ਨਵਜੋਤ ਸਿੰਘ ਦੀ ਅਗਵਾਈ 'ਚ MLA ਸਾਹਿਬ ਰਾਜਪੁਰਾ ਨੇ ਜਿਹੜਾ ਧਰਨਾ ਰੋਸ ਪ੍ਰਦਰਸ਼ਨ ਰੱਖਿਆ, ਉਹਦੇ ਵਿੱਚ ਅਸੀਂ ਇਕੱਠੇ ਹੋ ਕੇ ਆਏ। ਪੰਜਾਬ ਦੇ ਲੋਕਾਂ ਨੇ
ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਸਰਕਾਰ ਨਵੀਂ ਬਣੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜਿਵੇਂ ਕਾਫੀ ਸੰਕਟ ਆਉਂਦੇ ਨੇ ਜਾਂ ਕੋਈ ਵਾਅਦਾ ਕਰਦੇ ਆ ਸਵੇਰੇ ਸ਼ਾਮ ਫਰਮਾਨ ਜਾਰੀ ਕਰਦੇ ਆ ਸ਼ਾਮ ਨੂੰ ਭੁੱਲ ਜਾਂਦੇ ਆ। ਜਿਹੜਾ ਇਹ 1.5 ਮਹੀਨੇ 'ਚ ਇਹ ਧਰਨਾ ਲਾਉਣ ਦੀ ਲੋਕਾਂ ਨੂੰ ਲੋੜ ਪੈ ਗਈ, ਇਸ ਚੀਜ਼ ਦਾ ਸਬੂਤ ਹੈ ਕਿ ਜੇ ਸਰਕਾਰ ਸਹੀ ਕੰਮ ਕਰ ਰਹੀ ਹੁੰਦੀ ਤਾਂ ਇਹ ਲੋਕ ਇੱਥੇ ਇੰਨਾ ਇਕੱਠ ਹੋਇਆ ਨਾ ਹੁੰਦਾ। ਇਹ ਦਰਸਾਉਂਦਾ ਹੈ ਕਿ ਸਰਕਾਰ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਖਾਸ ਕਰਕੇ ਜਦੋਂ ਗਰੰਟੀਆਂ ਦਿੱਤੀਆਂ ਹੋਣ, ਵਾਅਦੇ ਕੀਤੇ ਹੋਣ ਵੱਡੇ ਵੱਡੇ, ਸਭ ਜਵਾਬ ਦਿਖਾਏ ਹੋਣ, ਤੇ ਉਦੋਂ ਤਾਂ ਇਹ ਸੀ ਕਿ ਆਮ ਆਦਮੀ, ਆਮ ਲੋਕ ਪੰਜਾਬ ਦੇ ਰਾਜ ਭਾਗ ਨੂੰ ਸੰਭਾਲਣਗੇ। ਤੇ ਆਮ ਆਦਮੀ ਦੀ ਪਰਿਭਾਸ਼ਾ ਵੀ ਤਾਂ ਇਹੀ ਹੈ ਨਾ ਕਿ ਤੁਹਾਡੇ 'ਚੋਂ ਉੱਠਿਆ ਹੋਇਆ, ਆਮ ਲੋਕਾਂ 'ਚੋਂ ਉੱਠਿਆ ਹੋਇਆ, ਜਿਹਨੂੰ ਤੁਸੀਂ ਆਪਦੇ ਵਰਗਾ ਸਮਝੋ, ਤੁਹਾਡੇ ਵਿੱਚ ਬੈਠਾ, ਲੋਕਾਂ ਨੂੰ ਮਹਿਸੂਸ ਵੀ ਨਾ ਹੋਵੇ ਵੀ ਸਾਡੇ 'ਚ ਮੁੱਖ ਮੰਤਰੀ ਜਾਂ ਕੋਈ ਮੰਤਰੀ ਜਾਂ ਕੋਈ ਐਮਐਲਏ ਬੈਠਾ ਹੈ। ਆਮ ਆਦਮੀ ਦੀ ਪਰਿਭਾਸ਼ਾ ਤਾਂ ਇਹ ਸੀ। ਪਰ 10 ਤਰੀਕ ਨੂੰ ਰਿਜ਼ਲਟ ਨਿਕਲੇ ਤੇ ਪਤਾ ਲੱਗਿਆ ਵੀ ਆਮ ਆਦਮੀ ਪਾਰਟੀ ਦੇ 92 ਆਮ ਆਦਮੀ ਸੂਡੀ ਰਹਿਨਮਾਈ ਕਰ ਲਈ ਚੁਣੇ ਗਏ ਨੇ। ਪਰ ਮੈਨੂੰ ਇੱਕ ਸਮਝ ਨਹੀਂ ਆਈ ਕਿ ਆਮ ਆਦਮੀ ਦੀ ਪਰਿਭਾਸ਼ਾ ਤੋਂ ਹੋਏ ਆਮ ਆਦਮੀ ਹੀ ਛੇਤੀ ਕਿਉਂ ਭੱਜ ਗਏ। ਸਾਡੇ ਤਾਂ ਇਹ ਦੋਸ਼ ਲੱਗਦਾ ਹੈ ਵੀ ਇਹ ਤਾਂ ਸ਼ਾਇਦ ਰਾਜੇ ਮਹਾਰਾਜੇ ਇਕੱਠੇ ਹੋਏ ਨੇ। ਰਾਜਾ ਮਹਾਰਾਜਾ ਤਾਂ ਇੱਕ ਅੱਧਾ ਹੁੰਦਾ ਹੈ, ਸਾਡੇ ਵਰਗੇ ਆ ਧਵਾਨ ਸਾਹਿਬ ਬੈਠੇ ਨੇ, ਗੋਲਡੀ ਸਾਹਿਬ ਬੈਠੇ ਨੇ, ਸਾਰੇ ਢਿੱਲੋਂ ਸਾਹਿਬ ਬੈਠੇ ਨੇ। ਤੁਹਾਨੂੰ ਲੱਗਦਾ ਹੀ ਹੈ ਵੀ ਇਹਨਾਂ ਚੋਂ ਕਿਹੜੇ ਰਾਜਾ ਮਹਾਰਾਜੇ ਨੇ? ਸਾਰੇ ਲੋਕਾਂ ਦੇ ਸੇਵਾਦਾਰਾਂ ਚੋਂ ਉੱਠ ਕੇ ਅੱਗੇ ਆਏ ਨੇ। ਤੇ ਜਿਹੜੇ ਇਸ ਚੀਜ਼ ਨੂੰ ਕਲੇਮ ਕਰਦੇ ਸੀ ਕਿ ਅਸੀਂ ਤਾਂ ਆਮ ਆਦਮੀ ਆ, ਤਾਂ ਫਿਰ ਮੈਨੂੰ ਇੱਕ ਸਮਝ ਨਹੀਂ ਆਈ। 15 ਤਰੀਕ ਨੂੰ ਜਿਨ੍ਹਾਂ ਨੂੰ ਹਜੇ 10 ਤਰੀਕ ਨੂੰ ਹੀ 92 ਸੀਟਾਂ ਮਿਲੀਆਂ ਹੋਣ ਤੇ ਗਾਹਾਂ ਕੋਈ ਇਲੈਕਸ਼ਨ ਨਾ ਹੋਵੇ, ਕੁਛ ਨਾ ਹੋਵੇ, ਤਾਂ ਫਿਰ ਦਰਬਾਰ ਸਾਹਿਬ 'ਚ ਮੱਥਾ ਟੇਕਣ ਜਾਣ ਵੇਲੇ ਪੰਜਾਬ ਦੀਆਂ ਸਾਰੀਆਂ ਸਰਕਾਰੀ ਬੱਸਾਂ ਪਿੰਡਾਂ 'ਚ ਭੇਜ ਕੇ ਐਡਾ ਇਕੱਠ ਕਰਨ ਦੀ ਕੀ ਲੋੜ ਸੀ? ਉੱਥੇ ਉਹ ਦਿਖਾਉਂਦੇ ਆਮ ਆਦਮੀ ਪਾਰਟੀ ਕੀ ਹੁੰਦੀ ਹੈ, ਆਮ ਆਦਮੀ ਕੀ ਹੁੰਦਾ ਹੈ। ਸੜਕ ਤੇ ਤੁਰ ਕੇ ਨਿਮਾਣੇ ਸਿੱਖ ਦੀ ਤਰ੍ਹਾਂ, ਨਿਮਾਣੇ ਸ਼ਰਧਾਲੂ ਦੀ ਤਰ੍ਹਾਂ ਦਰਬਾਰ ਸਾਹਿਬ ਜਾਂਦੇ ਤੇ ਆਸ਼ੀਰਵਾਦ ਲੈ ਆਉਂਦੇ। ਇੰਨਾ ਪੈਸਾ ਪੰਜਾਬ ਦਾ ਖਰਚ ਕਰਨ ਦੀ ਕੀ ਲੋੜ ਸੀ? ਇੰਨਾ ਇਕੱਠ ਕਰਕੇ ਉੱਥੇ ਮੱਥਾ ਟੇਕਣ ਜਾਣਾ ਸੀ ਕਿ ਹਮਲਾ ਕਰਨਾ ਸੀ? ਉੱਥੇ ਜਿਹੜੀਆਂ ਮਹਿਸੂਸ ਹੋਇਆ, ਜਿਹੜੇ ਲੋਕ ਆਮ ਆਦਮੀ ਦੀ ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਵੀ ਉਹ ਇਹਨਾਂ ਦਾ ਵਿਹਾਰ ਸੀ ਜਿਹੜਾ ਪੰਜਾਬ ਪ੍ਰਤੀ, ਉਹ ਇੱਕ ਆਮ ਆਦਮੀ ਵਾਲਾ ਨਹੀਂ ਸੀਗਾ। ਉਹ ਇੱਕ ਬਹੁਤ ਖਾਸ ਆਦਮੀ ਵਾਲਾ ਤੇ ਆਪ ਦੀ ਸੈਲਫ ਗਲੋਰੀਫਿਕੇਸ਼ਨ, ਆਪਣੇ ਆਪ ਦੀ ਚੜ੍ਹਾਈ ਕਰਨ ਵਾਲਾ, ਉਸ ਤਰ੍ਹਾਂ ਦਾ ਵਿਹਾਰ ਸੀ ਭਗਵੰਤ ਸਿੰਘ ਮਾਨ ਜੀ ਦਾ, ਸਾਡੇ ਮਾਨਯੋਗ ਮੁੱਖ ਮੰਤਰੀ ਦਾ। ਤੇ ਜਿਹੜੀ ਆਮ ਆਦਮੀ ਪਾਰਟੀ ਦਾ ਨਾਲ ਕਹਿ ਲੋ ਕਨਵੀਨਰ ਹੈ, ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ, ਉਹ ਵੀ ਨਾਲ ਹੀ ਸੀ। ਉਹ ਬਹੁਤੇ ਲੋਕਾਂ ਨੂੰ ਗੱਲ ਚੰਗੀ ਨਹੀਂ ਲੱਗੀ। ਦੂਜਾ, ਅਗਲੇ ਦਿਨ ਹੀ ਮੁੱਖ ਮੰਤਰੀ ਵਜੋਂ ਸਹੁੰ ਚੱਕਣੀ ਸੀ ਇੱਕ ਆਮ ਆਦਮੀ ਨੇ, ਤੇ ਉਹਦਾ ਸਥਾਨ ਚੁਣਿਆ ਗਿਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੀ ਸ਼ੋਅ ਪ੍ਰਾਪਤ ਧਰਤੀ ਖਟਕੜ ਕਲਾਂ। ਤੇ ਉੱਥੇ ਫੇਰ ਐਡਾ ਵੱਡਾ ਲਾਮ ਲਸ਼ਕਰ ਇਕੱਠਾ ਕਰਨ ਦੀ ਕੀ ਲੋੜ ਸੀ? ਜੋ 10 ਤਰੀਕ ਨੂੰ ਤੁਹਾਨੂੰ ਵੋਟਾਂ ਪਾ ਕੇ ਲੋਕਾਂ ਨੇ ਦੱਸ ਹੀ ਦਿੱਤਾ ਵੀ ਤੁਹਾਡੇ ਨਾਲ ਆ। 3 ਕਰੋੜ ਲੋਕਾਂ ਨੂੰ ਸੱਦਾ ਦੇਤਾ ਵੀ ਤੁਸੀਂ ਸਾਰੇ ਆਓ ਜੀ ਸਹੁੰ ਚੱਕਣ। 3 ਕਰੋੜ ਰੁਪਇਆ ਤਾਂ ਭਗਵੰਤ ਸਿੰਘ ਮਾਨ ਆਪਣੇ ਤੌਰ ਤੇ ਮੰਨਦੇ ਨੇ ਆਪਣੇ ਬਿਆਨ 'ਚ ਵੀ ਅਸੀਂ 3 ਕਰੋੜ ਰੁਪਇਆ ਇਸ ਵਾਸਤੇ ਸੈਂਕਸ਼ਨ ਕੀਤਾ, ਪ੍ਰਵਾਨ ਕੀਤਾ ਇਸ ਪ੍ਰੋਗਰਾਮ ਲਈ। ਤੇ ਜਿਹੜੀ 200 ਕਿੱਲਾ ਕਣਕ ਵੱਢ ਕੇ ਮੁਆਵਜ਼ਾ ਦਿੱਤਾ, ਉਹਦੇ ਪੈਸੇ ਦਿੱਤੇ ਸਰਕਾਰ ਨੇ, ਉਹ ਵੀ ਵਿੱਚੇ ਐਡ ਹੁੰਦੇ ਨੇ। 200 ਕਿੱਲੇ ਦੇ ਵਿੱਚ ਵੀ ਉੱਥੇ ਗੱਡੀਆਂ ਖੜ ਨਹੀਂ ਸਕੀਆਂ, ਜਾਮ ਲੱਗੇ, ਤਾਂ ਆਲੇ ਦੁਆਲੇ ਦੀ ਜਿਹੜੀ ਫਸਲ ਮਿੱਧੀ ਉਹ ਵੱਖਰੀ ਮਿੱਧੀ। ਤੇ ਇਹ ਪਰਿਭਾਸ਼ਾ ਆਮ ਆਦਮੀ ਦੀ ਹੈ। ਜੇ ਸਿਆਣੇ ਹੁੰਦੇ ਤਾਂ ਉੱਥੇ ਤਖਤ ਪੋਸਟ ਢਾਹ ਕੇ ਗਵਰਨਰ ਹਾਊਸ ਸਹੁੰ ਚੱਕ ਲੈਂਦੇ ਵੀ ਹੁਣ ਦੇ ਮੁੱਖ ਮੰਤਰੀਆਂ ਨੇ, ਕਿਸੇ ਨੇ 18 ਲੱਖ, ਕਿਸੇ ਨੇ 20 ਲੱਖ, ਕਿਸੇ ਨੇ 60-65 ਲੱਖ ਲਾ ਕੇ ਸਾਰੇ ਪ੍ਰੋਗਰਾਮ ਦੀ ਸਹੁੰ ਚੁੱਕਣ ਵੇਲੇ ਖਰਚ ਕੀਤਾ ਹੈ। ਤੇ ਅਸੀਂ ਤਾਂ ਇੱਕ ਤਖਤ ਪੋਸਟ ਤੇ ਖੜ ਕੇ ਆਮ ਆਦਮੀ ਦੀ ਤਰ੍ਹਾਂ ਸਹੁੰ ਚੱਕਾਂਗੇ। ਤੇ ਉਦੋਂ ਬਾਅਦ ਗੱਡੀਆਂ 'ਚ ਬਿਠਾਉਂਦੇ ਆਪਦੇ ਐਮਐਲਏ ਨੂੰ, ਮੰਤਰੀਆਂ ਨੂੰ। ਤੇ ਫਿਰ ਇਕੱਲੇ ਖਟਕੜ ਕਲਾਂ ਕਿਉਂ?
ਫਿਰ ਜਲਿਆਂਵਾਲੇ ਬਾਗ ਵੀ ਜਾਂਦੇ, ਦਰਬਾਰ ਸਾਹਿਬ ਮੱਥਾ ਟੇਕ ਕੇ ਗੁਰੂਆਂ ਦਾ ਆਸ਼ੀਰਵਾਦ ਵੀ ਲੈ ਲੈਂਦੇ, ਫਿਰ ਉਹ ਕਰਤਾਰ ਸਿੰਘ ਸਰਾਭੇ ਦੀ ਧਰਤੀ ਤੇ ਵੀ ਜਾਂਦੇ, ਫਿਰ ਤਖਤ ਦਮਦਮਾ ਸਾਹਿਬ ਵੀ ਜਾਂਦੇ, ਤਖਤ ਆਨੰਦਪੁਰ ਸਾਹਿਬ ਵੀ ਜਾਂਦੇ, ਤੇ ਜਿੱਥੇ ਮਹਾਨ ਸ਼ਹੀਦ ਦੇ ਮਹਾਨ ਸਪੁੱਤਰ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ ਹੋਣ, ਉੱਥੇ ਵੀ ਤਾਂ ਆਪ ਦੀ ਕੈਬਨਿਟ ਨਾਲ ਜਾ ਕੇ ਮੱਥਾ ਟੇਕ ਲੈਂਦੇ। ਤਾਂ ਸਾਰਿਆਂ ਦਾ, ਪੰਜਾਬੀਆਂ ਦਾ ਹਰੇਕ ਨਾ ਹਰੇਕ ਕਿਸੇ ਸ਼ਹੀਦ 'ਚ, ਕਿਸੇ ਧਰਮ 'ਚ ਆਸਥਾ ਹੁੰਦੀ ਹੈ, ਤੇ ਸਾਰਿਆਂ ਨੂੰ ਇੱਕ ਯਕੀਨ ਵੱਧਦਾ ਆਮ ਆਦਮੀ 'ਚ ਤੇ ਆਮ ਆਦਮੀ ਪਾਰਟੀ ਸਰਕਾਰ 'ਚ ਵੀ, ਹਾਂ ਵਾਕਈ ਆਮ ਆਦਮੀਆਂ ਦੀ ਤਰ੍ਹਾਂ ਵਿਹਾਰ ਕਰ ਰਹੇ ਨੇ ਤੇ ਸਾਡੀਆਂ ਪਾਈਆਂ ਹੋਈਆਂ ਵੋਟਾਂ ਦਾ ਮਾਣ ਰੱਖ ਰਹੇ ਨੇ। ਫਿਰ ਤਾਂ ਆਪਾਂ ਕਹਿੰਦੇ ਵੀ ਆਮ ਆਦਮੀ ਹੈ ਭਗਵੰਤ ਸਿੰਘ ਮਾਨ। ਤੇ ਉਹਨਾਂ ਤੋਂ ਤਾਂ 3 ਕਰੋੜ ਰੁਪਇਆ ਲਾ ਕੇ 3 ਕਰੋੜ ਦਾ ਕੈਸ਼ ਮੰਨਦੇ ਨੇ ਉਹ, ਤੇ ਜਿਹੜੇ ਇੱਕ ਸਿਪਾਹੀ ਤੋਂ ਲੈ ਕੇ ਡੀਜੀਪੀ ਤੱਕ ਤੇ ਇੱਕ ਛੋਟੇ ਅਫਸਰ ਤੋਂ ਲੈ ਕੇ ਚੀਫ ਸੈਕਟਰੀ ਤੱਕ ਰੋਜ਼ ਗੱਡੀਆਂ ਚੰਡੀਗੜ੍ਹ ਜਾਂਦੀਆਂ ਸੀ, ਤੇ ਚੰਡੀਗੜ੍ਹ ਤੋਂ ਖਟਕੜ ਕਲਾਂ ਆਉਂਦੀਆਂ ਸੀ, 4-5 ਦਿਨ ਲੱਗੇ ਰਹੇ। ਉਹ ਤੇਲ ਭਾਈ ਕਿਸੇ ਆਪਣੇ ਖੂਹ ਚੋਂ ਤਾਂ ਨਿਕਲਦਾ ਨਹੀਂ, ਖਾਸਾ ਮਹਿੰਗਾ ਹੈ, ਆਪਣੇ ਖੂਨ ਨਾਲੋਂ ਮਹਿੰਗਾ ਹੋਇਆ ਪਿਆ। ਸਾਡੇ ਵਿਚਾਰ ਪਹੁੰਚ ਚੁੱਕੇ ਨੇ। ਨਾਰਿਆਂ ਦੇ ਨਾਲ, ਤਾੜੀਆਂ ਦੇ ਨਾਲ ਉਹਨਾਂ ਦਾ ਜਿਹੜਾ ਸਵਾਗਤ ਕਰਨਾ ਹੈ। ਜਿਹੜੇ ਮੇਰੇ ਵੀਰ ਪੰਡਾਲ ਤੋਂ ਬਾਹਰ ਵੀ ਖੜੇ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਪੰਡਾਲ ਦੇ ਵਿੱਚ ਆ ਕੇ ਸਵਾਗਤ ਕਰਨਾ। इस समय नवजोत सिंह सिद्धू ਸਾਨੂੰ ਪਤਾ ਜੀ ਜਲਦੀ ਬਹੁਤ ਹੈ और ਬਹੁਤ ਛੋਟਾ ਲੋਕ ਸਾਰਿਆਂ ਦੀ ਬੁੱਧੀ ਹੈ ਜੋ ਸਮਝੋ ਸਿੱਧੂ ਸਾਡੇ ਵਿਚਾਰ ਨੂੰ ਬੈਠੇ ਹੋ। तो हम सारे लोग करेंगे नारे ਦੇ ਨਾਲ जो बार बार ये कहा है कि बिजली संकट पंजाब में बिजली संकट जो है बढ़ता चला जा रहा है, उसे देखते हुए नवजोत सिंह सिद्धू पूर्व विधायकों के साथ राजपुरा थर्मल पावर स्टेशन और नवजोत सिंह सिद्धू मेरी फोटो खींची और मेरी भी खींच रहा नवजोत सिंह सिद्धू। अकेला फ्रंट दो फ्रंट दो। ਇਸ ਧਰਨੇ ਦੇ ਸਮਾਪਤ ਹੋਣ ਤੋਂ ਬਾਅਦ ਜਿਹੜੀ ਆ ਮੀਡੀਆ ਨਾਲ ਗੱਲਬਾਤ ਜਿਹੜੀ ਆ ਕਰਨਗੇ। कांग्रेस पार्टी सरदार नवजोत सिंह सिद्धू, कांग्रेस पार्टी सरदार नवजोत सिंह सिद्धू, सरदार हरदेव सिंह कपूर, कांग्रेस पार्टी सरदार नवजोत सिंह सिद्धू, सरदार हरदेव सिंह कम्बोज, कांग्रेस पार्टी सरदार हरदेव सिंह कम्बोज, कांग्रेस पार्टी सरदार हरदेव सिंह कम्बोज, सरदार नवजोत सिंह सिद्धू, कांग्रेस पार्टी। सारे वीरां नूं बेनती है कि साडे दिलों की धड़कन सरदार नवजोत सिंह सिद्धू जी पहुंच चुके ने पंडाल दे विच। सो सारे ही वीर पंडाल दे विच आके बैठन की कृपालता करन। कांग्रेस पार्टी सरदार नवजोत सिंह सिद्धू, सरदार हरदेव सिंह कम्बोज। कांग्रेस पार्टी सारे वीरां नूं बेनती है कि पंडाल दे विच बैठन की कृपालता करना। सारे ही मेरे वीर, तां जो असी अज की जिहड़ी सभा नूं अगे वधा सकीए, सारे ही मेरे वीर चुप दा दान बख्शण। पंडाल तो बाहर खड़े जिन्ने भी साडे साथी ने, सारिआं नूं बेनती है कि किरपा करके पंडाल दे विच बैठन की कृपालता करो। जेडे मेरे वीर स्टेज तो पिछे खड़े ने,
ਸਾਰਿਆਂ ਨੂੰ ਬੇਨਤੀ ਹੈ ਕਿ ਸਾਹਮਣੇ ਆ ਜਾਣ, ਸਾਰੇ ਵੀਰ ਸਾਹਮਣੇ ਆ ਕੇ ਬਹਿ ਜਾਣ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਰਾਜਪੁਰਾ ਤੋਂ ਸਾਡੇ ਕਾਂਗਰਸ ਪਰਿਵਾਰ ਦੇ ਮੁਖੀ ਸਰਦਾਰ ਹਰਦਿਆਲ ਸਿੰਘ ਕੰਬੋਜ ਜੀ, ਉਹ ਵੀ ਆਪਣੀ ਤੋਂ ਚਲੋ ਠੀਕ ਹੈ ਜੀ। ਆਪਣਾ ਉਹ ਕਿੱਥੇ ਹੈਗਾ ਉਹ, ਚਲੋ ਠੀਕ ਹੈ। ਪਰਮ ਸਤਿਕਾਰਯੋਗ ਅੱਜ ਦੇ ਇਸ ਰੋਸ ਧਰਨੇ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਬਹੁਤ ਹੀ ਪੰਜਾਬ ਅਤੇ ਪੰਜਾਬੀਆਂ ਦੇ ਪੰਜਾਬੀਅਤ ਦੇ ਮਦਈ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ, ਜਿਨ੍ਹਾਂ ਨੇ ਪਿਛਲੇ 1.5 ਮਹੀਨੇ ਤੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਪੰਜਾਬ ਦੀਆਂ ਅਸਲੀ ਸਮੱਸਿਆਵਾਂ ਨੂੰ ਲੈ ਕੇ ਅਤੇ ਜੋ ਝੂਠ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੋਲਿਆ, ਉਸ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਰੋਸ ਧਰਨਾ ਸੀ ਰੱਖਿਆ। ਉਸ ਧਰਨੇ ਦੇ ਵਿੱਚ ਜਿੱਥੇ ਪੂਰੇ ਇਲਾਕੇ ਤੋਂ ਜਨਤਾ ਜਿਹੜੀ ਇੱਥੇ ਪਹੁੰਚੀ ਹੈ, ਉੱਥੇ ਸਿੱਧੂ ਸਾਹਿਬ ਦੇ ਨਾਲ ਮੇਰੇ ਵਿਧਾਨ ਸਭਾ ਦੇ ਵਿੱਚ ਰਹੇ ਪਿਆਰੇ ਸਾਥੀ, ਜਿਨ੍ਹਾਂ ਦੇ ਵਿੱਚ ਸਰਦਾਰ ਸੁਰਜੀਤ ਸਿੰਘ ਜੀ ਧਮਾਨ ਸਾਹਿਬ XMLA, ਸਰਦਾਰ ਨਾਜਰ ਸਿੰਘ ਜੀ ਮਾਨਸਈਆ, ਸਰਦਾਰ ਸੁਖਵਿੰਦਰ ਸਿੰਘ ਜੀ, ਸਾਹ ਕਰਨਵੀਰ ਢਿੱਲੋਂ ਜੀ, ਮਦਨ ਮੋਹਨ ਸਿੰਘ ਮੁੱਸਾ ਜੀ, ਹਰਵਿੰਦਰ ਲਾਡੀ ਜੀ ਬਠਿੰਡਾ ਤੋਂ, ਜਗਦੇਵ ਸਿੰਘ ਕਮਾਲੂ ਜੀ ਆਪਣਾ ਮੌੜ ਤੋਂ, ਵਿਸ਼ਨੂੰ ਸ਼ਰਮਾ ਜੀ ਪਟਿਆਲਾ ਸਿਟੀ ਤੋਂ, ਨਵਤੇਜ ਸਿੰਘ ਚੀਮਾ ਜੀ, ਸਰਦਾਰ ਅਜੈਬ ਸਿੰਘ ਜੀ ਦਿੜਬਾ ਤੋਂ, ਅਸ਼ਵਨੀ ਸੇਖੜੀ ਜੀ ਫਾਰਮਰ ਮਿਨਿਸਟਰ, ਅਤੇ ਸਾਡੇ ਸੁਖਵਿੰਦਰ ਸਿੰਘ ਡੈਨੀ ਜੀ, XMLA ਦੱਤੀ ਜੀ, ਹੋਰ ਕਿਹੜੇ ਰਹੇ, ਨਰਿੰਦਰਪਾਲ ਪਾਲੀ ਜੀ ਪ੍ਰਧਾਨ ਸਿਟੀ ਕਾਂਗਰਸ ਕਮੇਟੀ, ਅਨੂਜ ਤ੍ਰਿਵੇਦੀ ਜੀ, ਜਸਵਿੰਦਰ ਜਰਗੀਆ ਜੀ, ਬਲਿਹਾਰ ਸਿੰਘ ਜੀ, ਸੁਰਿੰਦਰ ਜੀ ਅਤੇ ਸਾਰੇ ਹੀ ਜੋ ਇੱਥੇ ਪਹੁੰਚੇ ਹੋ, ਵਿਸ਼ੇਸ਼ ਕਰਕੇ ਪ੍ਰੈਸ ਤੇ ਜਿਹਨੇ ਸਾਡਾ ਮੀਡੀਆ ਪਟਿਆਲਾ ਤੋਂ, ਚੰਡੀਗੜ੍ਹ ਤੋਂ, ਰਾਜਪੁਰਾ ਦਾ, ਜਿਨ੍ਹਾਂ ਦਾ ਹਮੇਸ਼ਾ ਸਾਨੂੰ ਸਹਿਯੋਗ ਰਹਿੰਦਾ, ਉਹ ਵੀ ਜਿਹੜੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆ। ਤਾਂ ਅੱਜ ਜਿਹੜਾ ਇਹ ਧਰਨਾ ਪੂਰੇ ਪੰਜਾਬ ਦੇ ਅੰਦਰ ਜਿਹੜੇ ਬਿਜਲੀ ਦੇ 18 ਘੰਟੇ ਦੇ ਕੱਟ ਲੱਗ ਰਹੇ ਆ, ਸਿੱਧੂ ਸਾਹਿਬ ਇਹ ਹਾਲਾਤ ਆ ਕਿ ਪਿੰਡਾਂ 'ਚ ਪਾਣੀ ਦੀਆਂ ਟੈਂਕੀਆਂ ਨਹੀਂ ਭਰੀਆਂ ਜਾ ਰਹੀਆਂ, ਪਸ਼ੂਆਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਲੋਕ ਤਿਹਾਏ ਮਰ ਰਹੇ ਆ। ਅੱਜ ਦੀ ਤੁਹਾਨੂੰ ਰਾਜਪੁਰੇ ਦੀ ਮੈਂ ਗੱਲ ਦੱਸਦਾ, 66 ਕਨੈਕਸ਼ਨ ਇੰਡਸਟਰੀ ਦੇ ਕੱਟ ਤੇ ਇਹਨਾਂ ਨੇ ਅੱਜ ਸਾਰੇ ਇੰਡਸਟਰੀ ਐਸੋਸੀਏਸ਼ਨ ਵਾਲੇ ਰਾਜਪੁਰੇ ਧਰਨਾ ਮਾਰ ਕੇ ਬੈਠੇ ਆ। ਅੱਜ ਰਸਤੇ ਦੇ ਵਿੱਚ NH1 ਦੇ ਉੱਤੇ ਕਿਸਾਨ ਜਾਮ ਲਾਈ ਬੈਠੇ ਆ। ਉਹ ਬਈ ਹਲੇ ਤਾਂ ਅੱਜ ਕੋਈ ਸੀਜ਼ਨ ਨਹੀਂ, ਕਣਕ ਵੱਢੀ ਗਈ, ਖੇਤਾਂ 'ਚ ਲੋੜ ਨਹੀਂ, 7100 ਮੈਗਾਵਾਟ ਤਾਂ ਅੱਜ ਦੀ ਜ਼ਰੂਰਤ ਹੈ। ਅੱਜ ਤੋਂ 15 ਦਿਨ ਬਾਅਦ ਜਦੋਂ ਅਸੀਂ ਝੋਨਾ ਲਾਣਾ, ਇਹੀ ਸਾਡੀ ਜਿਹੜੀ ਡਿਮਾਂਡ ਹੈ 16 ਤੋਂ 17000 ਮੈਗਾਵਾਟ। ਜੇ ਅੱਜ ਨਹੀਂ ਸਾਨੂੰ ਬਿਜਲੀ ਮਿਲਦੀ ਤੇ 15 ਦਿਨਾਂ ਬਾਅਦ ਸਾਨੂੰ ਬਿਜਲੀ ਕਿੱਥੋਂ ਮਿਲੇਗੀ? ਸੋ ਮੈਂ ਧੰਨਵਾਦ ਕਰਦਾ ਰਾਜਪੁਰੇ ਦੀ ਸਾਰੀ ਸੰਗਤ ਦਾ, ਜਿਨ੍ਹਾਂ ਨੇ ਅੱਜ ਸਮੁੱਚੇ ਇਲਾਕੇ ਨੂੰ ਇਕੱਠ ਕਰਕੇ ਇੰਨੀ ਗਰਮੀ ਦੇ ਬਾਵਜੂਦ ਇੱਥੇ ਬੈਠੇ ਨਹੀਂ ਸੀ ਜਾ ਰਹੇ, ਇੰਨੀ ਗਰਮੀ 'ਚ ਬੈਠੇ ਆ ਅਤੇ ਅੱਜ ਇੱਕ ਸੁਨੇਹਾ ਦਿੱਤਾ ਪੂਰੇ ਪੰਜਾਬ 'ਚ ਕਿ ਪੰਜਾਬੀਓ ਤੁਸੀਂ ਜਾਗ ਜਾਓ, ਅਤੇ ਜੇ ਤੁਸੀਂ ਸੜਕਾਂ ਤੇ ਨਾ ਨਿਕਲੇ ਤਾਂ ਇਹ ਸਰਕਾਰ, ਇਹ ਕੋਈ ਭਗਵੰਤ ਸਿੰਘ ਮਾਨ ਦੀ ਸਰਕਾਰ ਨਹੀਂ, ਇਹ ਦਿੱਲੀ ਵਾਲਿਆਂ ਦੀ ਸਰਕਾਰ। ਇੱਥੇ ਤਾਂ ਸਿਰਫ ਚੀਫ ਮਿਨਿਸਟਰ ਸਾਡੇ ਸ਼ਿਕਾਇਤਾਂ ਸੁਣਦੇ ਆ, ਬਾਕੀ ਦੇ ਜਿਹੜੇ ਫੈਸਲੇ ਆ ਉਹ ਦਿੱਲੀ ਤੋਂ ਲਏ ਜਾਂਦੇ ਆ। ਬਹੁਤ ਕੁਝ ਅਸੀਂ ਕਹਿ ਸਕਦੇ ਹੈਗੇ ਆ, ਕਿਉਂਕਿ ਮੇਰੇ ਸਾਥੀ
10:30 ਵਜੇ ਦੇ ਇੱਥੇ ਬੈਠੇ ਆ, ਪਸੀਨੋ ਪਸੀਨੀ ਹੋਏ ਬੈਠੇ ਆ। ਮੈਂ ਤੁਹਾਡਾ ਬੀਬੀਆਂ ਦਾ, ਭੈਣਾਂ ਦਾ, ਨੌਜਵਾਨਾਂ ਦਾ, ਭਰਾਵਾਂ ਦਾ ਕੋਟ ਮੈਂ ਧੰਨਵਾਦ ਕਰਦਾ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਜਿੰਨੇ ਮੇਰੇ ਸਾਥੀ ਆਏ ਉਹਨਾਂ ਤੋਂ ਮੈਂ ਮਾਫੀ ਮੰਗਾਂਗਾ ਤੇ ਸਿਰਫ 3-4 ਮਿੰਟ ਦੇ ਲਈ ਸ੍ਰੀ ਅਸ਼ਵਨੀ ਸੇਖੜੀ ਜੀ ਸਾਬਕਾ ਜੋ ਮਿਨਿਸਟਰ ਨੇ ਗੁਰਦਾਸਪੁਰ ਤੋਂ ਸਪੈਸ਼ਲ ਤੁਹਾਡੇ ਲਈ ਆਏ ਨੇ। ਦੇਖੋ ਤੁਸੀਂ ਬਟਾਲੇ ਤੋਂ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿਉਂਕਿ ਬਟਾਲਾ ਵੀ ਇੰਡਸਟਰੀ ਦਾ, ਮੈਂ ਤਾਂ ਆਪਣੀ ਸਨਾਤੀ ਹੱਟ ਕੀਤੀ ਅੱਜ ਦੀ ਸਾਰ ਰਾਜਪੁਰੇ ਵਾਲਿਆਂ ਦੀ, ਤੁਸੀਂ ਵੀ ਜਿਹੜਾ ਕੋ ਉੱਥੇ ਦੇ ਬਾਰੇ ਦੱਸ ਦਿਓ ਇਹਨਾਂ ਨੂੰ ਤਾਂ ਕਿ ਇਹਨਾਂ ਨੂੰ ਪਤਾ ਲੱਗ ਜਾਏ, ਘਰ ਘਰ ਦੇ ਵਿੱਚ ਗੱਲਾਂ ਜਾਣ ਇਹ। ਸੋ ਮੈਂ ਬੇਨਤੀ ਕਰਾਂਗਾ ਸ੍ਰੀ ਅਸ਼ਵਨੀ ਸੇਖੜੀ ਜੀ ਨੂੰ ਕਿ ਉਹ ਵੀ ਆ ਕੇ ਗੱਲਬਾਤ ਆਹੋ ਆਪਣੀ ਕਰਨ। ਕਾਂਗਰਸ ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ, ਆਜ਼ਾਦ ਕਮਾਲ ਜਿੰਦਾਬਾਦ। ਸਤਿਕਾਰਯੋਗ ਸਾਥੀਓ, ਸਿੱਧੂ ਸਾਹਿਬ ਔਰ ਆਏ ਹੋਏ ਭੈਣ ਭਰਾਓ, ਮੁੱਦਾ ਬੜਾ ਗੰਭੀਰ ਹੈ, ਗਰਮੀ ਵੀ ਬਹੁਤ ਜ਼ਿਆਦਾ ਹੈ। ਪੰਜਾਬ ਜਿਹੜਾ ਹੈ ਇਹਦੀ ਲਾਈਫ ਲਾਈਨ ਹੈ ਬੱਤੀ, ਪਾਵਰ, ਔਰ ਅੱਜ ਇਸ ਪਾਵਰ ਦਾ ਇਸ਼ੂ ਲੈ ਕੇ ਸਿੱਧੂ ਸਾਹਿਬ ਰਾਜਪੁਰੇ ਆਏ ਨੇ। ਉਹ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਵੀ ਕਾਂਗਰਸ ਜਿੰਦਾ ਹੈ ਔਰ ਇੰਨੀ ਗਰਮੀ ਦੇ ਬਾਵਜੂਦ ਔਰ ਇੰਨੀ ਸ਼ਿਕਸਤ ਦੇ ਬਾਵਜੂਦ ਵਰਕਰ ਸਾਥੀ ਸਿੱਧੂ ਸਾਹਿਬ ਨਾਲ ਖਲੋਤੇ ਨੇ, ਆ ਕੇ ਕਾਂਗਰਸ ਦਾ ਝੰਡਾ ਚੁੱਕ ਕੇ ਲੋਕਾਂ ਦੇ ਮੁੱਦੇ ਚੱਕ ਰਹੇ ਨੇ। ਸਾਥੀਓ, ਕੁਝ ਲੋਕ ਕੁਐਸਚਨ ਕਰਦੇ ਨੇ ਕਿ ਸਿੱਧੂ ਸਾਹਿਬ ਇਹ ਪ੍ਰੋਗਰਾਮ ਕਿਉਂ ਕਰ ਰਹੇ ਨੇ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜਿੱਤਾਂ ਹਾਰਾਂ ਤੇ ਈਸ਼ਵਰ ਦੇ ਹੱਥ ਹੁੰਦੀਆਂ, ਲੋਕਾਂ ਦੇ ਹੱਥਾਂ ਹੁੰਦੀਆਂ। ਅਸਲੀ ਜਿਹੜਾ ਮੁੱਦਾ ਹੈ ਕਿ ਲੋਕਾਂ ਦੀ ਆਵਾਜ਼ ਲੈ ਕੇ ਚੱਲਣਾ ਤੇ ਉੱਤੇ ਪਹਿਰਾ ਦੇਣਾ, ਇਹੀ ਅਸਲੀ ਲੀਡਰ ਦੀ ਨਿਸ਼ਾਨੀ ਹੈ, ਉਹਦੀ ਪਛਾਣ ਹੈ, ਜਿਹੜੇ ਕਿ ਸਿੱਧੂ ਸਾਹਿਬ ਨੇ ਪਿਛਲੇ 1 ਮਹੀਨੇ ਤੋਂ ਕਰਕੇ ਦੱਸਿਆ ਪੰਜਾਬ ਦੇ ਵਿੱਚ। ਚੰਦ ਲੋਕ ਇਕੱਠੇ ਹੋਏ ਸੀ ਸਿੱਧੂ ਸਾਹਿਬ ਦੀ ਆਵਾਜ਼ ਦੇ ਨਾਲ, ਮੁੱਦੇ ਚੁੱਕਦੇ ਚੁੱਕਦੇ ਅੱਜ ਕਾਫਲਾ ਬਣ ਗਿਆ ਉਹਨਾਂ ਲੋਕਾਂ ਦਾ ਜਿਹੜੇ ਪੰਜਾਬ ਦੇ ਇਸ਼ੂ ਦੇ ਉੱਤੇ ਸਿੱਧੂ ਸਾਹਿਬ ਦੇ ਨਾਲ ਮਿਲ ਕੇ ਪੰਜਾਬੀਆਂ ਨੂੰ ਰਾਹਤ ਦੇਣਾ ਚਾਹੁੰਦੇ ਨੇ। ਪ੍ਰੈਸ ਦੇ ਬਹੁਤ ਸਾਰੇ ਸੀਨੀਅਰ ਲੋਕ ਇੱਥੇ ਇਕੱਠੇ ਨੇ। ਮੈਂ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਰਿਹਾ 1980-81 ਚ। ਮੈਨੂੰ ਸਮਝ ਨਹੀਂ ਆ ਰਹੀ ਕਿ ਕਿਹੋ ਜਿਹੀ ਰਾਜਨੀਤੀ ਸਾਡੇ ਪੰਜਾਬ 'ਚ ਹੋਈ, ਕਿਹੋ ਜਿਹਾ ਧੋਖਾ ਹੋਇਆ। ਬਚਪਨ 'ਚ ਸਿੱਧੂ ਸਾਹਿਬ ਇੱਕ ਪਿਕਚਰ ਦੇਖੀ ਸੀ, ਬਨਾਰਸ ਦੇ ਠੱਗ। ਉਹ ਗੱਲਾਂ ਬਾਤਾਂ 'ਚ ਲੋਕਾਂ ਨੂੰ ਠੱਗ ਲੈਂਦੇ ਸੀ। ਅੱਜ ਮੈਂ ਪ੍ਰੈਕਟੀਕਲ ਦੇਖ ਲਿਆ। ਆ ਜੀ ਦਿੱਲੀ ਦੇ ਕੋਈ ਠੱਗ ਆਏ। ਇੱਕੋ ਮੈਂ ਦੱਸਣਾ ਚਾਹੁੰਦਾ ਹੈ, ਕੇਜਰੀਵਾਲ ਦੀ ਪਹਿਲੀ ਗਰੰਟੀ ਮੁਫਤ ਤੇ 24 ਘੰਟੇ ਬਿਜਲੀ। ਆ ਬੋਰਡ ਸਾਰੇ ਪੰਜਾਬ 'ਚ ਲਾਏ ਕਿ ਕੇਜਰੀਵਾਲ ਨੇ ਆ ਕੇ ਕਿਹਾ ਕਿ ਪੰਜਾਬ 'ਚ 24 ਘੰਟੇ ਬੱਤੀ ਜਿਹੜੀ ਹੈ ਫ੍ਰੀ ਮਿਲੇਗੀ। ਇਹ ਗਰੰਟੀ ਦਿੱਤੀ ਉਸਨੇ, ਆ ਟ੍ਰਿਬਿਊਨ 'ਚ ਅੱਜ ਦੀ ਲਿਖੀ। ਸਾਥੀਓ, ਬੱਤੀ ਮੁਫਤ ਕੀ ਦੇਣੀ ਹੈ? ਬੱਤੀ ਤਾਂ ਮਿਲਦੀ ਨਹੀਂ ਪਈ। ਮੈਂ ਪਿੰਡਾਂ ਜਾਣਾ 8-8, 10-10 ਘੰਟੇ ਲਗਾਤਾਰ ਬੱਤੀ ਨਹੀਂ ਆਉਂਦੀ। ਕੰਬੋਜ ਜੀ ਨੇ, ਮੇਰੇ ਵੀਰ ਨੇ ਗੱਲ ਕੀਤੀ, ਬਟਾਲਾ ਵੀ ਸਾਡਾ ਛੋਟਾ ਜਿਹਾ ਇੰਡਸਟਰੀਅਲ ਸ਼ਹਿਰ ਹੈ, ਬੱਤੀ ਨਹੀਂ ਆ ਰਹੀ ਔਰ ਨਾਲ ਕਨੈਕਸ਼ਨ ਕੱਟੇ ਜਾ ਰਹੇ ਨੇ। ਉਹਨਾਂ ਲੋਕਾਂ ਦੀ, ਉਹ ਇੰਡਸਟਰੀ ਦੀ ਜਿਹੜੀ ਕਿ ਲਾਈਫ ਲਾਈਨ ਹੈ, ਬਿਜਲੀ ਦਾ ਬਿੱਲ ਦਿੰਦੇ ਨੇ, ਇੰਨੇ ਮਹਿੰਗੀ ਬੱਤੀ ਅਸੀਂ ਖਰੀਦ ਰਹੇ ਹਾਂ, ਫੇਰ ਵੀ ਬੱਤੀ ਨਹੀਂ ਮਿਲਦੀ ਤੇ ਫੇਰ ਆ ਕੇ ਕਨੈਕਸ਼ਨ ਕੱਟ ਰਹੇ ਨੇ। ਪੰਜਾਬ ਦੀ ਇਕਨੋਮੀ ਨੂੰ ਦਿੱਲੀ 'ਚ ਬੈਠੇ ਹੋਏ ਲੋਕ, ਇਹ ਠੱਗਾਂ ਦੀ ਪਾਰਟੀ ਜਿਹੜੀ ਹੈ, ਇਹ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕਰ ਰਹੀ ਹੈ। ਸਿੱਧੂ ਸਾਹਿਬ ਚੰਦ ਲਫ਼ਜ਼ ਬੋਲਦੇ ਸੀ, ਮੈਂ ਕਹਿ ਰਿਹਾ ਤੁਹਾਨੂੰ, ਅਸੀਂ ਕਾਂਗਰਸ ਦੇ ਵਰਕਰ ਆ, ਸਾਨੂੰ ਕੋਈ ਅਹੁਦਾ ਨਹੀਂ ਚਾਹੀਦਾ। ਤੁਸੀਂ ਪੰਜਾਬੀਆਂ ਲਈ ਲੜੋ, ਸਾਰਾ ਪੰਜਾਬ ਤੁਹਾਡੇ ਨਾਲ ਹੈ, ਸਾਰੇ ਪੰਜਾਬੀ ਤੁਹਾਡੇ ਨਾਲ। ਕਾਂਗਰਸ ਪਾਰਟੀ ਜਿੰਦਾਬਾਦ, ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ। ਤਗੜੇ ਹੋ ਕੇ ਆਵਾਜ਼ ਚੁੱਕੋ। ਤੁਸੀਂ ਕਿਸਾਨਾਂ ਦੀ ਆਵਾਜ਼ ਚੱਕੀ ਕਿ 500 ਰੁਪਇਆ ਸਿੱਧੂ ਸਾਹਿਬ ਨੇ ਕਿਸਾਨਾਂ ਲਈ ਬੋਨਸ ਮੰਗਿਆ ਕਿ ਝਾੜ ਘਟ ਗਿਆ ਤੇ ਘੱਟੋ ਘੱਟ 500 ਰੁਪਇਆ। ਬਿਜਲੀ ਦਾ ਉੱਤੇ ਗੱਲ ਕੀਤੀ, ਨੌਕਰੀਆਂ ਦੀ ਗੱਲ ਕੀਤੀ। ਅਸੀਂ ਗਵਰਨਰ ਸਾਹਿਬ ਕੋਲ ਗਏ ਸੀ, ਤੁਹਾਡੀ ਆਵਾਜ਼ ਗਵਰਨਰ ਤੱਕ ਤਾਂ ਪਹੁੰਚਾਤੀ। ਮੇਰੇ ਵੀਰੋ, ਪੰਜਾਬ ਦੇ ਕੋਨੇ-ਕੋਨੇ ਜਾ ਕੇ ਜਿਹੜੀ ਅੱਜ
ਪੰਜਾਬੀਆਂ ਨਾਲ ਧੱਕਾ ਹੋ ਰਿਹਾ, ਉਹ ਦਿਨ ਦੂਰ ਨਹੀਂ ਕਿ ਸਿੱਧੂ ਸਾਹਿਬ ਇਹ ਆਵਾਜ਼ ਜਿਹੜੀ ਹੈ ਦਿੱਲੀ ਤੱਕ ਲੈ ਕੇ ਜਾਣਗੇ, ਪੰਜਾਬ ਦੀ ਆਵਾਜ਼ ਦਿੱਲੀ ਤੱਕ ਗੂੰਜੇਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਮੇਂ ਦਿੱਤਾ। ਕੰਬੋਜ ਜੀ, ਇਹ ਯਾਦ ਰੱਖੇਗੀ ਪਾਰਟੀ, ਮੈਂ ਆਲ ਇੰਡੀਆ ਕਾਂਗਰਸ ਦਾ ਸੈਕਟਰੀ ਰਿਹਾ, ਕਿ ਕੰਡੋਰੀ ਰਾਤ ਦੇ ਵਿੱਚ ਤੁਸੀਂ ਅੱਜ ਪੰਜਾਬੀਆਂ ਦੀ ਆਵਾਜ਼ ਚੱਕਣ ਲਈ ਆ ਧਰਨਾ ਆਰਗੇਨਾਈਜ਼ ਕੀਤਾ ਔਰ ਤੁਸੀਂ ਇੱਥੇ ਇਕੱਠੇ ਹੋਏ ਨੇ। ਬਾਬੂ ਨੂੰ ਆਵਾਜ਼ ਦੋ, ਕੋਈ ਨਹੀਂ, ਸਿੱਧੂ ਸਾਹਿਬ ਦੇ ਕੋਲ ਬਾਪੂ ਨੂੰ ਬਿਠਾ ਲਓ ਜੀ ਨਾਲ ਸਿੱਧੂ ਸਾਹਿਬ ਦੇ। ਸੋ ਕੰਬੋਜ ਜੀ, ਤੁਹਾਡਾ ਧੰਨਵਾਦ ਹੈ ਕਿ ਤੁਸੀਂ ਪੰਜਾਬ ਦੇ ਇਸ ਮੁੱਦੇ ਤੇ ਧਰਨਾ ਰੱਖਿਆ। ਸਾਰੇ ਸਾਥੀ ਇਕੱਠੇ ਹੋ ਕੇ ਆਏ, ਸਿੱਧੂ ਸਾਹਿਬ ਆਏ ਔਰ ਸਿੱਧੂ ਸਾਹਿਬ ਨੇ ਅੱਜ ਇਹ ਆਵਾਜ਼ ਜਿਹੜੀ ਆ ਇਹ ਠੱਗਾਂ ਦੀ ਪਾਰਟੀ ਨੂੰ ਤੇ ਜਿਹੜੇ ਕਰਨ ਬੰਦ ਨੇ ਉਹਨਾਂ ਤੇ ਵਜਾ ਕੇ ਦੱਸਣੀ ਆ ਪੰਜਾਬ ਦੀ ਆਵਾਜ਼। ਸਿੱਧੂ ਸਾਹਿਬ ਇਹ ਜ਼ਰੂਰ ਦੱਸ ਦੇਣਾ ਕਿ ਬੱਚਿਆਂ ਨੂੰ ਪੜ੍ਹਨ ਦੇ ਲਈ ਬੱਤੀ ਨਹੀਂ ਮਿਲਦੀ, ਪਿੰਡਾਂ 'ਚ ਪੱਖਾ ਨਹੀਂ ਚੱਲਦਾ ਪਿਆ, ਇੰਡਸਟਰੀ ਬੰਦ ਕਰਾ ਰਹੇ ਨੇ, ਇਹ ਕੀ ਹੋਏਗਾ ਮੈਨੂੰ ਨਹੀਂ ਪਤਾ ਪੰਜਾਬ ਦਾ। ਤੇ ਸਿੱਧੂ ਸਾਹਿਬ ਤੁਸੀਂ ਸਾਡੀ ਆਵਾਜ਼ ਜਿਹੜੀ ਹੈ ਚੱਕਣੀ ਹੈ। ਤੇ ਕੰਬੋਜ ਜੀ ਦਾ ਧੰਨਵਾਦ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਜੈ ਹਿੰਦ। ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ, ਸਰਦਾਰ ਹਰਜੋਤ ਸਿੰਘ ਕਮਾਲ। ਮੈਂ ਬੇਨਤੀ ਕਰਾਂਗਾ, ਸਾਡੇ ਬਹੁਤ ਹੀ ਮਿਹਨਤੀ ਜੁਝਾਰੂ ਪੰਜਾਬ ਅਤੇ ਪੰਜਾਬੀਅਤ ਤੇ ਪੰਜਾਬੀ ਦੇ ਮਦਈ ਸਰਦਾਰ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਕਿ ਉਹ ਆ ਕੇ ਅੱਜ ਜੋ ਇਹ ਸੰਕਟ ਪੰਜਾਬ 'ਚ ਪੈਦਾ ਹੋਇਆ ਉਸ ਸੰਕਟ ਦੇ ਲਈ ਗੱਲ ਕਰਨ। ਸਰਦਾਰ ਨਵਜੋਤ ਸਿੰਘ ਜਿਹੜੇ ਪਿੱਛੇ ਸਾਥੀ ਖੜੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਅੱਗੇ ਆਓ ਸਾਰੇ ਜਣੇ, ਸਾਈਡ ਇੱਧਰ ਆਓ ਅੱਗੇ ਸਾਰੇ। ਸਿੱਧੂ ਸਾਹਿਬ ਕਾਂਗਰਸ ਦੇ ਰਣਧੀਰੀਓ ਦਿਓ, ਸੂਬੇਦਾਰੋ ਲੰਬਰਦਾਰੋ, ਮੁਗੰਬੋ ਦੇ 25 ਸਾਲ ਪਹਿਲਾਂ ਖੁਸ਼ ਹੁੰਦਾ, ਅੱਜ ਸਰਦਾਰ ਖੁਸ਼ ਹੋਇਆ ਤੁਹਾਨੂੰ ਦੇਖ। ਖੁਸ਼ ਇਸ ਕਰਕੇ ਹੋਇਆ ਵੀ ਕਾਂਗਰਸ ਦਾ ਵਰਕਰ ਘਰੋਂ ਨਿਕਲਿਆ ਆ ਤੇ ਕਾਂਗਰਸ ਦੇ ਵਰਕਰ ਨੂੰ ਇਹ ਅਹਿਸਾਸ ਹੋ ਗਿਆ ਵੀ ਕੁਕੜੀ ਦੇ ਫੰਗਾ ਵਾਂਗ ਖਿਲਰ ਗਿਆ ਝਾੜੂ ਤੇ ਇਹਨਾਂ ਦੇ ਵਸਦੀ ਨਹੀਂ। ਮੈਸ ਵੇਚ ਕੇ ਘੋੜੀ ਲਿਆਂਦੀ, ਦੁੱਧ ਪੀਣੋ ਗਿਆ, ਲਿੱਦ ਚੁੱਕਣੀ ਪਈ। ਠੋਕ ਕੇ ਮਾਰੋ ਤਾੜੀ, ਕਹਿੰਦੇ ਸਿੱਧੂ ਕਹਿੰਦਾ ਠੋਕ ਲੈ, ਅੱਜ ਤੁਹਾਨੂੰ ਵੀ ਠੋਕੂ ਮਿੱਤਰੋ। ਹੈ ਵੇਖਿਆ ਭਗਵੰਤ ਮਾਨ ਦਾ ਚਿੜੇ ਜਿਹਾ ਮੂੰਹ ਨਿਕਲਿਆ, ਚੁਟਕਲੇ ਸੁਣਾਉਂਦਾ ਐ ਜਿਵੇਂ ਸ਼ੋਕ ਸਮਾਗਮ ਤੇ ਹੁੰਦਾ। ਬਾਂ ਹੋਈ ਪਈ ਇਹਨਾਂ ਦੀ, ਸਾਰੀ ਦੁਨੀਆ ਦੇ ਵਿੱਚ ਵਾਅਦਾ ਖਿਲਾਫੀ ਦੀ ਚਰਚਾ ਤੇ ਕਾਂਗਰਸ ਦਾ ਵਰਕਰ 44 ਡਿਗਰੀ ਦੀ ਧੁੱਪ ਦੇ ਵਿੱਚ, ਧੁੱਪਾਂ ਦੇ ਵਿੱਚ ਲੋਕਾਂ ਦੀ ਲੜਾਈ ਲੜ ਰਿਹਾ। ਕੋਈ ਬਰਫ਼ ਦੀ ਟਲੀ ਨਹੀਂ ਜਿਹੜੀ ਗਰਮੀ 'ਚ ਪਿਘਲੂਗੀ, ਲੋਹੇ ਦਾ ਬਣਿਆ ਇਹ ਲੜਾਈਆਂ ਪਹਿਲਾਂ ਵੀ ਲੜੀਆਂ ਤੇ ਮੈਂ ਪਹਿਲਾਂ ਵੀ ਕਿਹਾ ਕਾਂਗਰਸ ਹਾਰੀ ਹੈ, ਮਰੀ ਨਹੀਂ। ਇਸ ਕਰਕੇ ਮੁੱਦਿਆਂ ਦੀ ਲੜਾਈ ਲੜ ਰਹੇ ਆ, ਪੰਜਾਬ ਦੀ ਪੱਗ ਦੀ ਲੜਾਈ ਲੜ ਰਹੇ ਆ, ਸਾਡੀ ਹੋਂਦ ਦੀ ਲੜਾਈ ਲੜ ਰਹੇ ਆ। ਔਰ ਅੱਜ ਕਿਹੜਾ ਪਿੰਡ ਹੈ ਜਿਹਾ ਜਿੱਥੇ 3 ਘੰਟੇ ਤੋਂ ਵੱਧ ਬਿਜਲੀ ਆਉਂਦੀ ਹੋਵੇ? ਪੰਜਾਬੀ ਬੋਲੀ ਨਹੀਂ ਜਾਂਦੀ, ਐ ਉਂਗਲ ਜੀ ਖੜੀ ਕਰ ਲਓ ਪਤੰਦਰ। केजरीवाल है, केजरीवाल को 24 घंटे बिजली देनी आती है जी। देखो कोई तारीख नहीं ना बची। सुनो 24 घंटे फ्री बिजली देनी आती है। वो पतंदरा 24 घंटे जो 3 घंटे आती है फ्री तो आपे होगी। 1 ही घंटे फ्री है, आउंदी नहीं। परौना नहीं बुलाता कोई करे, परौना नहीं बुलाता। अगला कहता आ गया तो उत्तों
ਪਸੀਨਾ ਚੋਊ, ਪਤਾ ਨਹੀਂ ਕਿੱਥੇ ਕਿੱਥੇ ਨੂੰ ਜਾਊ। ਬੋਲੋ ਸਹੀ ਕਹਿੰਦਾ ਕਿ ਨਹੀਂ ਕਹਿੰਦਾ ਹੈ? ਤੇ ਇਹਦਾ ਟ੍ਰੇਲਰ ਹੈ ਜੇ 7100 ਮੈਗਾਵਾਟ ਦੀ ਅੱਜ ਡਿਮਾਂਡ ਹੈ। ਤੇ ਜਦੋਂ ਝੋਨਾ ਲੱਗੂ ਨਾ ਵੀਰੋ ਤੇ ਤੁਹਾਡੀ ਪੱਗ ਨੂੰ ਹੱਥ ਪਊ, ਉਦੋਂ 17000 ਮੈਗਾਵਾਟ ਦੀ ਡਿਮਾਂਡ ਹੋਣੀ ਹੈ। 17000 10,000 ਵਧੀਆ ਹੈ। ਗੋਇੰਦਵਾਲ ਆਲਾ ਜਿਹੜਾ ਥਰਮਲ ਪਲਾਂਟ ਹੈ, ਹਾਂਜੀ, ਉਹਦੇ ਕੋਲ 2 ਦਿਨ ਦਾ ਕੋਲਾ ਬਚਿਆ। 30 ਦਿਨ ਦਾ ਹੋਣਾ ਚਾਹੀਦਾ, 30 ਦਿਨ ਦਾ। ਕੋਈ ਪੈਨਲਟੀ ਕਲੌਜ਼ ਲਾਇਆ? ਭਗਵੰਤ ਕਹਿੰਦਾ ਅਸੀਂ ਤਾਂ ਟ੍ਰੇਨਿੰਗ ਲੈਣ ਚੱਲੇ ਆ। ਉਹ ਟ੍ਰੇਨਿੰਗ ਜੇ ਤੁਸੀਂ ਅਨਾੜੀਓ ਸੀ ਤੇ ਸਰਕਾਰ ਕਰਨ ਲਈ ਫੜੀ ਹੋਵੇ ਹੈ? ਅੰਨਾ ਮਾਰੇ ਅੰਨੀ ਨੂੰ, ਘਸੁੰਨ ਵੱਜੇ ਥੰਮੀ ਨੂੰ ਹੈ? ਕਾਂਗਰਸ ਪਾਰਟੀ ਜਿੰਦਾਬਾਦ, ਕਾਂਗਰਸ ਪਾਰਟੀ ਜਿੰਦਾਬਾਦ। ਇਹ ਕਹੀਏ ਅਫਸਰਾਂ ਨੂੰ ਵੀ ਟ੍ਰੇਨਿੰਗ ਦੇਣੀ ਹੈ, ਆਪ ਵੀ ਟ੍ਰੇਨਿੰਗ ਦੇਣੀ ਹੈ। ਦਿਖਾਓ ਹੁਣ ਦੇ ਕੇ ਸਾਰੇ ਪੰਜਾਬ ਨੂੰ ਫ੍ਰੀ ਬਿਜਲੀ 600 ਯੂਨਿਟ, ਤੇ ਕਿੱਥੋਂ ਲਿਆਓਗੇ ਪੈਸੇ? 20,000 करोड़ में आप रेते से निकाल दूंगा। निकाल 15 तो 16,000 होई पई है ट्राली, मिलता नहीं। वो जदों साडी कांग्रेस की सरकार सी, ਅਸੀਂ 3700 तो रौला पाउंदे सी। 800 रुपया सैकड़ा सी ते 3700 ਨੂੰ ਮਿਲਦੀ ਟਰਾਲੀ। ਤੇ ਮੈਂ ਉਦੋਂ ਵੀ ਸਰਕਾਰ ਨੂੰ ਕਹਿੰਦਾ ਸੀ ਮਹਿੰਗਾ, ਤੇ ਅੱਜ ਪਹਿਲਾਂ 1800 ਨੂੰ ਹੈ, ਹੁਣ 4000 ਸੈਂਕੜਾ ਟਰਾਲੀ। 3000 ਤੋਂ 4000 ਸੈਂਕੜਾ ਟਰਾਲੀ। ਲੈ ਕੇ ਦਿਖਾਵੇ ਗਰੀਬ ਆਦਮੀ 16000 ਦਾ। ਇਹਨਾਂ ਦਾ ਅਕਾਲੀਆਂ ਦੀ ਸਰਕਾਰ 'ਚ ਨਹੀਂ ਹੋਇਆ ਸੀ। ਕੀਤਾ ਕੀ ਹੈ ਤੁਸੀਂ? 600 ਯੂਨਿਟ ਕਿਹਾ ਸੀ ਸਾਰੇ ਪੰਜਾਬ ਨੂੰ ਫ੍ਰੀ ਕਰਾਂਗੇ। ਸਾਰੇ ਪੰਜਾਬ ਨੂੰ ਬੋਲੋ, ਕਿਹਾ ਸੀ ਕਿ ਨਹੀਂ ਕਿਹਾ ਸੀ? ਹਾਂ, ਤੁਸੀਂ ਵੰਡੀਆਂ ਪਾਤੀਆਂ, ਤੁਸੀਂ ਰਾਤ ਪਾਤ 'ਚ ਵੰਡਤਾ ਪੰਜਾਬ। ਗੁਰੂ ਸਾਹਿਬਾਨਾਂ ਨੇ ਕਿਹਾ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋ। ਦੱਸ ਕਿੱਥੋਂ ਲਿਆਏਗਾ ਇਹ 6000 ਕਰੋੜ ਰੁਪਈਆ? ਵੀ ਤਾਂ ਕਿਹਾ ਵੀ 1 ਜੁਲਾਈ ਤੋਂ ਸ਼ੁਰੂ ਕਰੂੰਗਾ। ਕਿਉਂ? ਪੰਜਾਬ ਦੀ ਪਿੱਠ ਦੇ ਉੱਤੇ ਪੱਬ ਲਾ ਕੇ ਹਿਮਾਚਲ ਪ੍ਰਦੇਸ਼ ਜਾਣਾ, ਗੁਜਰਾਤ ਜਾਣਾ, ਉੱਥੇ ਝੂਠ ਬੋਲਣਾ, ਉੱਥੇ ਝੂਠ ਵੇਚਣਾ। ਪਰ ਸ਼ਰਮ ਆਉਣੀ ਚਾਹੀਦੀ ਹੈ ਕਿ 1 ਮਹੀਨੇ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਵੀ ਚਾਅ ਪੂਰਾ ਹੋ ਗਿਆ। ਮੈਨੂੰ ਫਿਕਰ ਇਸ ਗੱਲ ਦੀ ਹੈ ਕਿ ਜਦੋਂ 16,000 ਮੈਗਾਵਾਟ ਦੇ ਉੱਤੋਂ ਡਿਮਾਂਡ ਆਈ ਤੇ ਪੰਜਾਬ 2 ਰੁਪਏ ਦੀ ਬਿਜਲੀ ਅੱਜ 17 ਨੂੰ ਖਰੀਦ ਰਿਹਾ, 16 ਨੂੰ ਖਰੀਦ ਰਿਹਾ। ਮੈਂ ਆਪਣੇ ਛੋਟੇ ਭਾਈ ਭਗਵੰਤ ਮਾਨ ਨੂੰ ਯਾਦ ਕਰਾਉਣਾ ਚਾਹੁੰਦਾ ਕਿ 2021 ਚ ਇਹ ਅਮਨ ਅਰੋੜਾ ਤੇ ਉਹਨਾਂ ਦੀ ਸਾਰੀ ਬਰਾਤ ਲਗਾੜੇ ਦੇ ਲਗਾੜੇ ਆਉਂਦੇ ਸਾਰ ਅਸੀਂ ਪੀਪੀਏ ਕੈਂਸਲ ਕਰ ਦਿਆਂ। ਤੇ ਹੁਣ ਅਫਸਰਾਂ ਦੇ ਮੂੰਹ ਵੱਲ ਝਾਕਦਾ ਬਿਲੋਰੀ ਝਾਕਦੀ ਹੁੰਦੀ ਹੈ ਜਿਵੇਂ ਆ। ਪਤਾ ਹੀ ਕੁਛ ਨਹੀਂ, ਅੱਲਾ ਹੀ ਕੁਛ ਨਹੀਂ। ਦਿੱਲੀ ਜਾਵਾਂਗੇ, ਪੁੱਛ ਕੇ ਆਵਾਂਗੇ। ਬੱਲੇ ਉਹ ਤੇਰੇ ਦਿੱਲੀ ਵਾਲੇ ਨੇ ਰਬੜ ਦਾ ਗੁੱਡਾ ਫੜ ਲਿਆ, ਚਾਬੀ ਦੇ ਕੇ ਟੁਕ 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 ਜਦੋਂ ਮੁੱਕ ਜਾਂਦੀ ਐ ਖੜ ਜਾਂਦਾ। ਸੁਣਾ ਹੁਣ ਆ ਕੇ ਗੱਲ ਕਰਨਾ। ਹੁਣ ਇੱਥੇ ਆ ਕੇ ਤਲਵੰਡੀ ਸਾਬੋ ਦਾ ਜਿਹੜਾ ਥਰਮਲ ਪਲਾਂਟ ਹੈ 5 ਦਿਨਾਂ ਦਾ ਕੋਲਾ ਉਹਨਾਂ ਤੇ ਅਸੀਂ ਅਖੀਰ ਦੇ ਵਿੱਚ ਇੱਕ ਪੀਪੀਏ ਕੈਂਸਲ ਕਰਤਾ ਸੀ ਤੇ ਬਾਕੀ ਕਿਹਾ ਸੀ ਕਰਾਂਗੇ। ਤੇ ਤੂੰ ਦੱਸ ਭਾਈ ਕੀ ਕੀਤਾ? ਤੇ ਜੇ ਕੋਲਾ ਨਾ ਆਇਆ ਔਰ ਥਰਮਲ ਪਲਾਂਟਾਂ ਵਾਲਿਆਂ ਨੇ ਪਲਾਂਟ ਬੰਦ ਕਰਤੇ ਜਿਹੜੇ ਆਲਰੇਡੀ ਹੋਏ ਪਏ ਨੇ 3, ਸਿਰਫ ਇਸ ਰਾਜਪੁਰੇ ਵਾਲੇ ਥਰਮਲ ਪਲਾਂਟ ਕੋਲ 18 ਦਿਨਾਂ ਦਾ ਕੋਲਾ। ਤੇ ਜੇ ਬੰਦ ਕਰਤਾ ਔਰ ਜੱਟਾਂ ਨੇ ਲਾਣੀ ਹੋਈ ਉਦੋਂ ਜੀਰੀ ਤੇ ਹੁਣ ਤਾਂ 3 ਘੰਟੇ ਆਉਂਦੀ ਹੈ ਤੇ ਫਿਰ ਡੱਬਾ ਹੀ ਗੁੱਲ ਕਰਤਾ। ਬਿਜਲੀ ਹੈ ਹੀ ਨਹੀਂ ਤੇ ਦਈਓ ਕਿੱਥੋਂ? ਤੇ ਇੱਟਾਂ ਵੱਜਣਗੀਆਂ ਕਿ ਨਹੀਂ ਵੱਜਣਗੀਆਂ? ਪੰਜਾਬ 'ਚ ਖੜਕੂ ਕਿ ਨਹੀਂ ਖੜਕੂ? ਹਾਂਜੀ ਤੁਸੀਂ ਮੈਨੂੰ ਦੱਸੋ। ਮੈਂ ਅੱਜ ਪੁੱਛਦਾ ਕਿ ਭਾਈ ਤੁਸੀਂ
ਅਗਲੇ 2 ਮਹੀਨਿਆਂ ਦੇ ਵਿੱਚ 16000 ਮੈਗਾਵਾਟ ਬਿਜਲੀ ਦੇਣੀ ਹੈ। ਤੁਸੀਂ ਦੱਸੋ ਕੀ ਇਤਿਹਾਸ ਹੈ ਤੁਹਾਡੇ ਕੋਲ? ਕੀ ਤੁਹਾਡੇ ਕੋਲ ਕੋਲਾ ਪੂਰਾ ਹੈ? ਕੋਈ ਪੈਨਲਟੀ ਲਾਈ ਹੈ ਤੁਸੀਂ ਥਰਮਲ ਪਲਾਂਟਾਂ ਨੂੰ ਵੀ ਕਿਹਾ ਵੀ ਇੰਨਾ ਕੋਲਾ ਹੋਣਾ ਚਾਹੀਦਾ? ਉਹ ਤੇ ਬਲੈਕਮੇਲ ਕਰਦੇ ਫਿਰਦੇ ਵੀ ਹੁਣ ਬਿਜਲੀ ਵੀ ਮਹਿੰਗੀ ਦੇਾਂਗੇ। ਉਹ ਪੁਰਾਣਾ ਇੱਕ ਬੰਦਾ ਸੀ, ਉਹਦਾ ਵਿਆਹ ਨਹੀਂ ਸੀ ਹੁੰਦਾ, ਉਹਨੇ ਪੀਰ ਬਾਬੇ ਮੁਖਤਿਆਰ ਸਿੰਘ ਦੇ ਉੱਥੇ ਸੁੱਖਣਾ ਸੁੱਖੀ ਵੀ ਬਾਬਾ ਮੇਰਾ ਵਿਆਹ ਕਰਾ ਦੇ, ਮੈਂ 40 ਦਿਨ ਦੇਸੀ ਘਿਓ ਦੇ ਚਰਾਗ ਲਾਉਂ। ਉਹਨੇ ਲਾਏ ਜੀ ਦੇਸੀ ਘਿਓ ਦੀ ਪੀਪੀ ਚੋਰੀ ਕਰਕੇ 39 ਦਿਨ ਬਾਲੇ। ਜਦੋਂ 40ਵਾਂ ਦਿਨ ਆਇਆ ਉਹਨੇ 20 ਬਾਲੇ ਸੀ, ਪਿੱਛੋਂ ਆਵਾਜ਼ ਆਈ ਮੁਖਤਿਆਰ ਸਿੰਘ ਓਏ। ਉਹਨੇ ਕਿਹਾ ਲੈ ਵੀ ਮਕਲਾਵਾ ਹੀ ਆ ਗਿਆ। ਕਹਿੰਦਾ ਦੱਸ ਲੰਮੀ ਹੈ, ਉੱਚੀ ਹੈ, ਸੋਹਣੀ ਹੈ? ਫਿਰ ਥੋੜੀ ਦੇਰ ਬਾਅਦ ਆਵਾਜ਼ ਆਈ ਉਹਨੇ ਫਟੋਫਟ 100 ਬਾਲੇ। ਕਹਿੰਦਾ ਮੁਖਤਿਆਰ ਸਿੰਘ ਓਏ, ਕਹਿੰਦਾ ਦੱਸ। ਕਹਿੰਦਾ ਮੁਖਤਿਆਰ ਸਿੰਘ ਤੇਰੀ ਮਾਂ ਮਰ ਗਈ ਓਏ। ਕਹਿੰਦਾ ਵਾਓ ਤੇਰੇ ਪੀਰ ਬਾਬਾ ਬਲਟੋਈ। ਲਾ ਸੁਣਾ ਲੈ ਉਹ ਚੁਟਕਲਾ ਭਗਵੰਤ, ਦੇਈ ਜਵਾਬ। ਤੂੰ ਜੋ ਪੱਲੇ ਸੀ ਜੱਟਾਂ ਦੇ ਉਹ ਖੋਲੇ ਹੋਏ। ਮੈਂ ਪਹਿਲੇ ਦਿਨ ਕਿਹਾ 24 ਘੰਟਿਆਂ ਦੇ ਵਿੱਚ ਤੇਰੇ ਸੁਪਰੀਮੋ ਨੇ ਬਰਗਾੜੀ ਦਾ ਇਨਸਾਫ ਕਰਾਂਗੇ। ਤਾਂ ਕਿ ਹਰੇ ਪਿੰਡ ਦੇ ਨਾਲ 36000 ਮੁੰਡਿਆਂ ਨੂੰ ਜਿਹੜੇ ਕੱਚੇ ਨੇ ਉਹਨਾਂ ਨੂੰ ਪੱਕੇ ਕਰਾਂਗੇ। ਤੇਰੇ ਘਰ ਦੇ ਬਾਹਰ ਬੈਠੇ ਨੇ ਧਰਨਾ ਲਾ ਕੇ, ਉਹਨਾਂ ਦੇ ਕੋਲ ਵੀ ਜਾਊਂ, ਠੋਕ ਕੇ ਮਾਰੋ ਤਾੜੀ ਜਾਊਂ ਉਹਨਾਂ ਕੋਲ। ਉੱਥੇ ਵੀ ਖੋਲੂ ਤੁਹਾਡੇ ਪੋਤੜੇ। ਜੇ ਸਿਆਹੀ ਮੁੱਕ ਗਈ ਹਰੇ ਪਿੰਡ ਦੀ ਤੇ ਦੱਸ ਮਿੱਤਰਾ, ਅਸੀਂ ਭੇਜ ਦਿੰਦੇ ਆ। ਇਹ ਪੈਨਾਂ ਨਾਲ ਨਹੀਂ, ਇੱਛਾ ਸ਼ਕਤੀ ਨਾਲ, ਰਾਜਨੀਤੀ ਚਲਾਕੀ ਦੀ ਨਹੀਂ, ਜੁਰਤ ਦੀ ਹੈ। 100 ਭੇਡਾਂ ਮੂਹਰੇ ਇੱਕ ਸ਼ੇਰ ਲਾ ਦਿਓ ਨਾ ਤੇ ਭੇਡਾਂ ਸ਼ੇਰ ਹੋ ਜਾਂਦੀਆਂ, ਤੇ 100 ਸ਼ੇਰਾਂ ਮੂਹਰੇ ਇੱਕ ਭੇਡ ਲਾ ਦਿਓ ਤੇ ਸ਼ੇਰ ਢੇਰ ਹੋ ਜਾਂਦੇ ਆ। ਤੇ ਦਿਖਾ ਨਾ ਜੁਰਤ, ਅੱਜ ਦਿਖਾ ਜੁਰਤ। ਤੂੰ ਤਾਂ ਰਬੜਾ ਦਾ ਗੁੱਡਾ ਹੈ, ਆਵਾਜ਼ ਨਹੀਂ ਨਿਕਲਦੀ। ਦਿਖਾ ਹੁਣ, ਕਹਿ ਹੁਣ। ਆਖਰਾ ਨਵਜੋਤ ਸਿੰਘ ਸਿੱਧੂ ਲੈ ਹੁਣ ਆ ਤੂੰ ਬਹਿਸ ਕਰ। ਉਹ ਕਹਿੰਦਾ ਇਹਨਾਂ ਚਿੱਟੂ ਸ਼ਾਮ ਨੂੰ ਮੈਂ ਕਹਿੰਦਾ ਬਹਿਸ ਕਰ ਲੋ। ਆ ਲੈ ਕਰ ਬਹਿਸ, ਜਿੱਥੇ ਮਰਜ਼ੀ ਰੱਖ ਬਹਿਸ। ਤੇ ਦੱਸ ਤੂੰ ਪੈਸੇ ਕਿੱਥੋਂ ਲਿਆਏਗਾ? ਪੱਲੇ ਫੁੱਟੀ ਕੌੜੀ ਨਹੀਂ, ਨਾਮ ਕਰੋੜੀ ਮੱਲ। ਤੁਰਨ ਦੀ ਤਾਕਤ ਨਹੀਂ, ਨਾਮ ਮਜ਼ਬੂਤ ਖਾਨ। ਇਹ ਪੀਪੀਏ ਜਦੋਂ ਸਾਈਨ ਹੋਏ ਸੀ ਵੀਰੋ, ਅਸੀਂ ਵਾਈਟ ਪੇਪਰ ਇਸ਼ੂ ਕੀਤਾ ਸਰਕਾਰ ਦੇ ਖਿਲਾਫ। ਵਾਈਟ ਪੇਪਰ ਉਹਦੇ 'ਚ ਕਿਹਾ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਹਨੂੰ ਕੈਪਟਨ ਅਮਰਿੰਦਰ ਸਿੰਘ ਕੰਬਲ ਪਾ ਕੇ ਲੁਕਾਉਂਦਾ ਰਿਹਾ, ਬਾਦਲਾਂ ਨੇ 2-2 ਰੁਪਏ ਦੀ ਬਿਜਲੀ 17 ਰੁਪਏ ਦੇ ਵਿੱਚ ਖਰੀਦਣ ਦੇ ਕੰਟਰੈਕਟ ਕਰ ਲਏ। ਜਿਹੜੀ ਜ਼ਮੀਨ ਪੰਜਾਬ ਦੀ ਸੀ ਉਹ BOT ਬੇਸ ਦੇ ਉੱਤੇ ਵੀ ਬਣਾਓ, ਆਪਰੇਟ ਕਰੋ ਤੇ ਫਿਰ ਵਾਪਸ ਉਹ ਸਰਕਾਰ ਨੂੰ ਵਾਪਸ ਆ ਜਾਂਦੀ ਹੈ। ਉਹਦੇ ਜੋ ਟੀ ਕੱਟ ਕੇ ਵੱਡੀਆਂ ਕੰਪਨੀਆਂ ਨੂੰ ਦੇ ਦੀ ਜ਼ਮੀਨ, 3-4 ਹਜ਼ਾਰ ਏਕੜ, ਖਰਬਾਂ ਰੁਪਏ ਦੀ ਜ਼ਮੀਨ। ਜੇ ਚੰਗਾ ਕੋਲਾ ਲਿਆਉਂਗੇ ਤੇ ਕੋਈ ਤੁਹਾਡੀ ਹੌਸਲਾ ਅਫਜ਼ਾਈ ਨਹੀਂ, ਤੇ ਮਾੜਾ ਕੋਲਾ ਲਿਆਉਂਗੇ ਤੇ ਕੋਈ ਤੁਹਾਨੂੰ ਜ਼ਿੰਮੇਵਾਰੀ ਨਹੀਂ, ਕੋਈ ਤੁਹਾਡੇ ਤੇ ਪੈਨਲਟੀ ਨਹੀਂ। ਇਹਨੂੰ ਕਹਿੰਦੇ ਨੇ ਪਾਸਵਰਡ, ਵੀ ਜੋ ਜੀ ਕਰਦਾ ਕਰੋ। ਤੇ ਕੰਟਰੈਕਟ ਇੱਕ ਪਾਸਾ, ਵੀ ਜੇ ਪੰਜਾਬ ਅਦਾਲਤ 'ਚ ਜਾਊਗਾ ਤੇ ਅਦਾਲਤ ਸੁਣਵਾਈ ਨਹੀਂ ਕਰੂਗੀ। ਫਿਰ ਕੀ ਤਰੀਕਾ ਹੈ? ਫਿਰ ਤਰੀਕਾ ਛੋਟੇ 3-3 ਮਹੀਨਿਆਂ ਦੇ PPA ਸਾਈਨ ਕਰੋ ਵੱਡੀਆਂ ਕੰਪਨੀਆਂ ਨਾਲ, ਵੀ ਜਦੋਂ ਸਾਡੀ ਪੀਕ ਸੀਜ਼ਨ ਦੀ ਗਾਰੰਟੀ ਆਵੇ, ਜਦੋਂ 16000 ਮੈਗਾਵਾਟ ਡਿਮਾਂਡ ਆਵੇ, ਤੇ ਕੋਈ ਬੰਦਾ ਇਹੋ ਜਿਹਾ ਨਾ ਰਹੇ ਪੰਜਾਬ ਦੇ ਵਿੱਚ ਜਿਹੜਾ ਬਿਜਲੀ ਤੋਂ ਵਾਂਝਾ ਰਹਿ ਜਾਏ। 24 ਘੰਟੇ ਬਿਜਲੀ ਉਸ ਪੀਕ ਸੀਜ਼ਨ ਦੇ ਵਿੱਚ ਗਾਰੰਟੀ ਦਿਓ। ਸਿੱਖਾਂ ਨੂੰ ਮੈਂ ਜੈ ਜੈਕਾਰ ਕਰੂੰਗਾ, ਮੈਂ ਜੈ ਜੈਕਾਰ। ਹੈ ਦਮ ਤੁਹਾਡੇ ਕੋਲ, ਹੈ ਸਮਝ ਤੁਹਾਡੇ ਕੋਲ। ਇਹਨੂੰ ਕਹਿੰਦੇ ਨੇ ਸਮਾਰਟ PPAs, 3-3 ਮਹੀਨਿਆਂ ਦੇ ਹੁੰਦੇ ਆ। ਦੂਜੀ ਚੀਜ਼, ਤੁਸੀਂ ਨੈਗੋਸ਼ੀਏਸ਼ਨ ਕਰੋ। ਤੁਸੀਂ ਕਹੋ ਲਓ ਯਾਰ ਆ ਪਬਲਿਕ ਇੰਟਰਸਟ ਦੇ ਵਿੱਚ ਬਹੁਤ ਮਹਿੰਗੀ ਬਿਜਲੀ ਦੇਈ ਜਾਂਦੇ ਹੋ, ਕਚਹਿਰੀਆਂ ਦੇ ਵਿੱਚ ਨੈਗੋਸ਼ੀਏਟ ਕਰਾਂਗੇ, ਸਸਤੀ ਕਰੋ, ਜਿਵੇਂ ਅਸੀਂ ਸਸਤੀ ਕੀਤੀ ਸੀ। ਉਹ ਲੋਕ 2 ਰੁਪਏ ਵੱਧ ਦੇਣ ਨੂੰ ਤਿਆਰ ਨੇ। 24 ਘੰਟੇ ਬਿਜਲੀ ਤਾਂ ਦਿਓ। ਬੋਲੋ ਸਹੀ ਕਹਿਣਾ ਕਿ ਨਹੀਂ ਕਹਿਣਾ?
ਦੇਣੀ ਨਹੀਂ, ਫ੍ਰੀ ਬਿਜਲੀ ਦੀ ਗੱਲ ਤੁਸੀਂ ਕਰਨੀ ਨਹੀਂ, ਨੌਕਰੀ ਦੇ ਲੋਕ ਤੁਸੀਂ ਪੱਕੇ ਨਹੀਂ ਕਰਨੇ, ਫਿਰ ਦਰਸ਼ਨ ਦੇਣ ਨੂੰ ਸਰਕਾਰ ਬਣਾਈ ਸੀ। ਇੱਕ ਗਾਂ ਲਈ ਜਾਂਦਾ ਸੀ, ਕਿਹਨੇ ਪੁੱਛਿਆ ਇਹਦੇ ਅੱਗੇ ਕੀ ਆ, ਕਹਿੰਦਾ ਬੱਚਾ ਹੈ, ਬੱਚੀ ਹੈ। ਕਹਿੰਦਾ ਇਹਦੇ ਅਗਲੇ ਕੀ ਹੈ, ਕਹਿੰਦਾ ਅਗਲੇ ਘੰਟੀ ਆ ਇਹਦੇ ਅੱਗੇ। ਉਹਨੇ ਕਿਹਾ ਭਾਈ ਪਿੱਛੇ ਕੀ ਆ, ਇਹਨੂੰ ਸਮਝ ਆ ਜੂ। ਕਹਿੰਦਾ ਪਿੱਛੇ ਕੀ ਹੈ, ਬੱਚਾ ਹੈ, ਬੱਚੀ ਹੈ। ਕਹਿੰਦਾ ਇਹਦੇ ਪਿੱਛੇ ਪੂਛ ਹੈ। ਉਹ ਕਹਿੰਦਾ ਭਾਈ ਦੁੱਧ ਕਿੰਨਾ ਦਿੰਦੀ ਹੈ, ਕਹਿੰਦਾ ਦੁੱਧ ਨਹੀਂ ਦਿੰਦੀ ਤਾਂ ਦਰਸ਼ਨ ਦਿੰਦੀ ਹੈ। ਦੱਸੋ ਕੀ ਦਿੱਤਾ ਇਹਨਾਂ ਨੇ? ਆ ਕਰਾਂਗੇ। ਮੈਂ ਤਾਂ ਨਹੀਂ ਕਿਹਾ ਸੀ ਸਾਰਿਆਂ ਨੂੰ 600 ਦੇਵਾਂਗੇ, ਮੈਂ ਤਾਂ ਨਹੀਂ ਕਿਹਾ ਸੀ ਵੀ 36000 ਮੁਲਾਜ਼ਮ ਪੱਕੇ ਕਰਾਂਗੇ, ਮੈਂ ਤਾਂ ਨਹੀਂ ਕਿਹਾ ਸੀ। ਕੇਜਰੀਵਾਲ ਕਿਹਾ ਸੀ? ਦੱਸੋ, ਮੈਂ ਸੁਣਾ ਦਿੰਦਾ ਤੁਹਾਨੂੰ। ਸੁਣਨਾ ਚਾਹੁੰਦੇ ਹੋ? ਲਓ ਸੁਣਾ। ਆ ਲਓ ਇਹ ਆ ਸੁਣੋ ਭਾਈ, ਆ ਬੋਲਦਾ ਕੇਜਰੀਵਾਲ, ਤੇ ਇਹਦੇ ਅੱਗੇ ਵੀ ਸੁਣ ਲਿਓ। बिजली का बिल जीरो करना किसी को नहीं आता, केवल केजरीवाल आपके बिजली के बिल जीरो कर सकता है। बालो पूछ। 18 साल से ऊपर की हर महिला को हर महीने आगे बीबी थोड़ी बहुत यार ठंडी नहीं आई। महिलाएं तय करेंगी कि वोट किसको देना। महिलाएं नहीं पुत्र, ਹੁਣ ਤੇ ਪੰਜਾਬ ਦੇ ਲੋਕ ਤੈਅ ਕਰਨਗੇ ਤੂੰ ਆ ਕਿੱਥੇ ਆਉਣਾ। ਵੇਖੀ ਤੇਰਾ ਮੋਰ ਬਣਾਉਂਦੇ। 10 दिन लगते हैं एक मोहल्ला 20 ਲੱਖ ਲੱਗਦੇ, ਕਹਿੰਦਾ ਇੱਕ ਮੁਹੱਲਾ ਕਿਲੇ ਬਣਾਉਣ ਨੂੰ। करना किसी को नहीं आता। ਆਂਦਾ ਹੀ ਨਹੀਂ ਕਿਸੇ ਨੂੰ ਸਵਾਲ ਮੇਰੇ। आपके बिजली के बिल जीरो। ਤੇ ਪਤੰਦਰ ਫਿਰਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਠੰਡੀਆਂ ਹਵਾਵਾਂ 'ਚ। 18 साल से ऊपर की हर महिला ਵੇਖ 1000 रुपए उसके ਇਹਨਾਂ ਦੇ ਮੂਹਰੇ ਆ ਸਾਰਾ ਕੁਝ, ਤੁਹਾਡੇ ਮੂਹਰੇ ਚਲਾ ਰਿਹਾ ਮੈਂ। घर के अंदर ਬਰਗਾੜੀ ਵਾਲਾ ਸੁਣਨਾ, ਉਹ ਵੀ ਸੁਣ ਲਓ। करेगी कि वोट किसको देना। ਇਸ ਕਰਕੇ ਇਹ ਸੱਤਾ ਹਾਸਲ ਕਰਨ ਵਾਸਤੇ ਝੂਠ ਵੇਚੇ ਜਾਂਦੇ ਆ, ਔਰ ਝੂਠ ਵੇਚ ਕੇ ਸੁਪਨਿਆਂ ਦੇ ਸੌਦਾਗਰ ਬਣਾ ਕੇ ਲੋਕਾਂ ਨੂੰ ਠੱਗ ਲੈਂਦੇ ਆ। ਬਨਾਰਸੀ ਠੱਗ ਵੀ ਇਹੋ ਜਿਹੇ ਠੱਗ ਨਹੀਂ ਸੀ ਜਿਹੇ ਇਹ ਠੱਗ ਨੇ। ਦਿੱਲੀੋਂ ਰਿਮੋਟ ਕੰਟਰੋਲ ਨਾਲ ਸਾਡੇ ਬੰਦੇ ਚਲਾਉਂਦੇ ਆ। ਹੁਣ ਟ੍ਰੇਨਿੰਗ ਲੈਣ ਗਿਆ ਇੱਥੇ ਪਤੰਦਰ। ਦੱਸੋ ਯਾਰ, ਪੰਜਾਬ ਦੇ ਬੰਦੇ ਇੰਨੇ ਕਮਜ਼ੋਰ ਹੋ ਕੇ ਵੀ ਟ੍ਰੇਨਿੰਗ ਲੈਣਗੇ? ਇਸ ਕਰਕੇ ਮੈਂ ਅੱਜ ਥਰਮਲ ਪਲਾਂਟਾਂ ਦੇ ਸਾਹਮਣੇ ਆ ਕੇ ਆਗਾਹ ਕਰ ਰਿਹਾ ਸਰਕਾਰ ਨੂੰ ਵੀ ਤੁਸੀਂ ਜ਼ਿੰਮੇਵਾਰੀ ਲਈ ਸੀ, ਤੁਸੀਂ ਕਿ ਮੇਰੀ ਜ਼ਿੰਮੇਵਾਰੀ ਹੈ। ਤੇ ਅੱਜ ਜਦੋਂ 7000 ਮੈਗਾਵਾਟ ਦੀ ਲੋੜ ਹੈ, ਸਰਕਾਰ ਦੇ ਬਾਜੇ ਵੱਜੇ ਪਏ ਆ। 3 ਘੰਟੇ ਆਉਂਦੀ ਹੈ ਬਿਜਲੀ ਪਿੰਡਾਂ 'ਚ, ਤੇ ਜਦੋਂ ਝੋਨਾ ਲੱਗਣਾ ਉਦੋਂ ਪੂਰੀ ਬਿਜਲੀ ਦਿਓ। ਘੱਟ ਤੋਂ ਘੱਟ ਨਹੀਂ 8-9 ਘੰਟੇ ਲਾ ਦਿਓ ਕੱਟ ਸਾਡੇ, ਕੋਈ ਰੌਲਾ ਨਹੀਂ ਹੈ। ਲੇਕਿਨ ਤੁਸੀਂ ਝੋਨੇ ਵੇਲੇ ਬਿਜਲੀ ਪੂਰੀ ਦਈਏ। ਜਿਹੜੇ ਮੇਰੇ ਸਵਾਲ ਨੇ ਉਹ ਬੜੇ ਸਿੱਧੇ ਸਾਧੇ ਨੇ, ਸਾਫ਼ ਨੇ ਵੀ ਦੱਸ ਮਿੱਤਰਾ, ਤੂੰ ਕਿਵੇਂ ਜਵਾਬਦਾਰੀ ਬਣਾਇਆ ਵੱਡੀਆਂ ਬਿਜਲੀਆਂ ਕੰਪਨੀਆਂ? ਤੂੰ ਤਾਂ ਕਹਿੰਦਾ ਪਹਿਲੇ ਦਿਨ ਹੀ ਮਾਰਾਂ ਕਰਕੇ। ਦੱਸ, ਪੁਸ਼ਵਾੜਾ ਜਿਹੜੀ ਕੋਲ ਦੀ ਮਾਈਨ ਹੈ ਉਹ ਪੰਜਾਬ ਦੀ ਹੈ। ਪੁਸ਼ਵਾੜਾ ਕੋਲ ਮਾਈਨ 700 ਕਰੋੜ ਰੁਪਈਆ ਬਚਦਾ ਪੰਜਾਬ ਨੂੰ, ਤੇ ਬਿਜਲੀ ਦੇ ਕੱਟ ਨਹੀਂ ਲੱਗਦੇ। ਸਾਡੀ ਮਾਈਨ ਵਿੱਚੋਂ ਪੰਜੀ ਦਾ ਕੋਲਾ ਨਹੀਂ ਨਿਕਲਦਾ, ਕਿਉਂ? ਕਮਿਸ਼ਨਾਂ ਲੈਣੀ ਹੈ, ਬਾਹਰੋਂ ਕੋਲਾ ਲੈਣਾ। ਇੱਕ ਪ੍ਰਾਈਵੇਟ ਕੰਪਨੀ ਪੁਸ਼ਵਾੜਾ ਕੋਲ ਮਾਈਨਸ ਤੋਂ ਲੜਾਈ ਲੜ ਕੇ ਕੋਲਾ ਸ਼ੁਰੂ ਕਰਾ ਰਹੀ ਹੈ, ਉਹ ਵੀ ਹਲੇ 6-7 ਮਹੀਨੇ ਆਉਣ ਦੀ ਕੋਈ ਸੰਭਾਵਨਾ। ਇਹ ਪੰਜਾਬ ਦਾ ਹਾਲ ਹੈ। ਇਸ ਕਰਕੇ ਵੀਰੋ, ਮੈਂ ਫਿਰ ਤੁਹਾਡਾ ਧੰਨਵਾਦ ਕਰਦਾ। ਅਸੀਂ ਆਪੋਜੀਸ਼ਨ ਦੇ ਰੂਪ ਦੇ ਵਿੱਚ ਕਾਂਗਰਸ ਦੇ ਸਾਰੇ ਲੀਡਰ ਇਹਨਾਂ ਦੀਆਂ ਜ਼ਿੰਮੇਵਾਰੀਆਂ ਇਹਨਾਂ ਨੂੰ ਯਾਦ ਦਿਵਾਉਂਦੇ ਰਵਾਂਗੇ, ਇਹਨਾਂ ਨੂੰ ਜਵਾਬਦੇਹ ਬਣਾਵਾਂਗੇ, ਤੇ ਆਪਣੀਆਂ ਰੇਤ ਦੀਆਂ ਖੱਡਾਂ ਦੀ ਨਹੀਂ, ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜਾਂਗੇ, ਲੋਕਾਂ ਦੇ ਘਰਾਂ ਦੀ ਲੜਾਈ ਲੜਾਂਗੇ। ਇੱਕ ਹੋਰ ਸੁਣ ਲਓ, ਇੱਕ ਹੋਰ ਸੁਣ ਲਓ ਮਿੱਤਰ ਪਿਆਰਾ ਕੀ ਬੋਲ ਰਿਹਾ। ਆ ਲਓ ਸੁਣ ਲਓ।
ध्यान नाल सुनो जरा, मैं उच्ची कर दिया ये पोतड़े तो अज खोल ही दिया। आ सुन, मैं एक बड़ा बयान देके जा रहा हूँ। इलेक्शन तो पहले महीने में चुनाव है, फरवरी के महीने में चुनाव है, मार्च के महीने में नतीजे आ जाएंगे, मार्च से नतीजे आ जाएंगे। 1 अप्रैल के बाद से पंजाब के अंदर किसी किसान को खुदकुशी नहीं करने देंगे हम लोग। झूठ बोले कौआ का तो फटे मूंह है तुहाडे। 1 अप्रैल तो बाद किसी एक किसान को खुदकुशी नहीं करन देंगे। कल्ले बठिंडे डिस्ट्रिक्ट 8 मर गए खुदकुशी करके। मैं घर च जाके आया, एक दे घर गया, टोटल 15 हो गए। 2 सगे भरा, एक 10 साल पहले चले गया, दूजा हुण क्यों ठेके पूरे नहीं होंगे। 4 किले आपकी जमीन सी, 6 लिती सी ठेके ते, झाड़ ही इन्ना घट गया। पहला नरमे चो घाटा, फिर कणक चो घाटा, आंदा हुण किद्दां ठेका लवांगे। ते पतंदर गपौर शंख ये तो सुखबीर नालों भी अगे लंघ गया। ये तो कंपीटिशन है ना दोहां दा। हाँ जी, कहता 1 अप्रैल को एक किसान को खुदकुशी नहीं करन दूं। ये जिम्मेवारी है, कहना मेरी जिम्मेवारी ते बढ़िया नहीं। इत्थे उथे खड़ी आऊंगा हिमाचल प्रदेश ठंडिया हवावां, पंजाब में करप्शन दूर कर दी, बिजली दे दी, फलाना। ਇਹਦੇ ਪੋਤੜੇ ਖੋਲੋ ਜਦੋਂ ਵਾਪਸ ਆਓ। ਮੈਂ ਤਾਂ ਟਿਕਾ ਕੇ ਜਵਾਬਦੇਹੀ ਬਣਾਉਂਗਾ। ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਅਸੀਂ ਅਲਖ ਜਗਾਣੀ ਹੈ, ਕਾਂਗਰਸ 'ਚ ਅਲਖ ਜਗਾਣੀ ਹੈ। ਸਾਡਾ ਪ੍ਰਧਾਨ ਹੋਵੇ ਕੋਈ ਹੋਵੇ, ਜਿੱਥੇ ਜਾਂਦੇ ਆ ਸਾਰਿਆਂ ਨੂੰ ਕਹਿੰਦੇ ਆਓ। ਸਾਨੂੰ ਕਿਸੇ ਨੇ ਬੁਲਾਉਣਾ ਹੋਵੇ ਉਹ ਬੁਲਾ ਲੇ। ਹੁਣ ਕਿਹੜਾ ਅਸੀਂ ਉਹਦੇ ਲਈ ਲੜਦੇ ਆ, ਹੁਣ ਤੇ ਪੰਜਾਬ ਦੇ ਲੋਕਾਂ ਲਈ ਲੜਦੇ ਆ। ਕਿਸੇ ਕੋਲ ਹੈ ਹੀ ਨਹੀਂ ਕੁਝ ਕਹਿਣ ਨੂੰ। ਜਿਹੜਾ ਬੁਲਾਏਗਾ ਉੱਥੇ ਜਾਵਾਂਗੇ, ਪੰਜਾਬ ਦੇ ਲੋਕਾਂ ਦੀ ਲੜਾਈ ਲੜਾਂਗੇ, ਮੁੱਦਿਆਂ ਦੀ ਪਹਿਰੇਦਾਰੀ ਕਰਾਂਗੇ। ਬੋਲੋ ਸੋਨਿਹਾਲ, ਬੋਲੋ ਸੋਨਿਹਾਲ। ਪ੍ਰੈਸ ਵਾਲਿਆਂ ਨੂੰ ਬੇਨਤੀ ਹੈ ਕਿ ਗੇਟ ਦੇ ਬਾਹਰ ਸਿੱਧੂ ਸਾਹਿਬ ਤੁਹਾਨੂੰ ਸੰਬੋਧਨ ਕਰਨਗੇ, ਪ੍ਰੈਸ ਨੂੰ ਮਿਲਣਗੇ। ਤਾਂ ਸਾਰੇ ਜਿਹੜਾ ਹੈਗਾ ਆਪਣੇ ਕੈਮਰੇ ਲੈ ਕੇ ਉੱਤੇ ਆ ਜਾਓ ਆਪਣਾ ਗੇਟ ਦੇ ਬਾਹਰ। ਇੱਕ ਬੇਨਤੀ ਹੈ ਜੀ ਸਾਰਿਆਂ ਨੂੰ ਕਿ ਐਮਐਲਏ ਸਾਹਿਬ ਦਾ ਜਿਹੜਾ ਫੋਨ ਹੈ ਉਹ ਪੰਡਾਲ ਦੇ ਵਿੱਚ ਕਿਤੇ ਗਿਰ ਗਿਆ। ਜਿਹੜੇ ਮੇਰੇ ਵੱਲੋਂ ਸਾਹਿਬ ਦਾ ਫੋਨ ਮਿਲਦਾ ਹੈ ਉਹ ਐਮਐਲਏ ਸਾਹਿਬ ਦਾ ਫੋਨ ਹੈ ਜੀ। ਕਿਰਪਾ ਕਰਕੇ ਫੋਨ ਸਟੇਜ ਤੇ ਫੜਾ ਦੇ। ਇੱਕ ਫੋਟੋ ਲੈਣੀ ਹੈ ਜੀ। ਐਮਐਲਏ ਸਾਹਿਬ ਦਾ ਫੋਨ ਮਿਲ ਗਿਆ ਤੇ ਇੱਕ ਜਸਵਿੰਦਰ ਸਿੰਘ ਜੀ ਦਾ ਫੋਨ ਹੈ, ਉਹ ਵੀ ਕਿਤੇ ਪੰਡਾਲ ਦੇ ਵਿੱਚ ਡਿੱਗੇ। ਜਿਹੜੇ ਮੇਰੇ ਵੀਰ ਨੂੰ ਫੋਨ ਮਿਲਦਾ ਹੈ ਕਿਰਪਾ ਕਰਕੇ ਉਹ ਫੜਾਉਣ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਇੰਨੀ ਗਰਮੀ ਦੇ ਵਿੱਚ ਇੱਕ ਛੋਟੇ ਜਿਹੇ ਸੁਨੇਹੇ ਦੇ ਉੱਤੇ ਇਸ ਧਰਨੇ ਦੇ ਵਿੱਚ ਪਹੁੰਚੇ, ਸ਼ਮੂਲੀਅਤ ਕੀਤੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸਿੱਧੂ ਸਾਹਿਬ 16 ਜਾਣ ਦੀ ਪ੍ਰਦੀਪ ਇਸ ਪਾਸੇ ਆਓ ਨਾ ਤੇ ਪਿੱਛੇ ਦੇਖੇਗੇ। ਭਾਈ ਜੀ ਇੱਕ ਮਿੰਟ ਖੜ ਦਿਓ। ਭਾਈ ਜਾਨ ਤੁਸੀਂ ਮੂਰੇ ਖੜ ਜਾ ਕੇ। ਉਹ ਹੈਲੋ ਆਪ ਧੱਕਾ ਨਹੀਂ ਹੈ। ਨਹੀਂ ਭਾਈ ਕੋਈ ਤਾਂ ਖੜੇ ਨੇ ਮੂਰੇ। ਗਿਆਨ ਦਾ ਵੇੜਾ ਮਾਵੇ। ਹਾਂ ਭਾਈ ਸਾਹਿਬ ਮਾਈਕ ਦੇ ਦੇ। ਆ ਲਓ ਨਹੀਂ ਭਾਈ ਕੁਛ ਭਾਈ ਲੈਕ ਨਹੀਂ ਆ ਰਿਹਾ। ਆ ਗਿਆ ਸਿਰ ਦੇ ਉੱਪਰ ਹੈ। ਸਿਰ ਦੇ ਉੱਪਰ दमन ऑडियो चेक ओके चलो कोई ठीक है यार किधर आ रहा मोरे पिछड़ आ जा रख ला मोटे ते सुने मेरे
ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਰਾਜਪੁਰਾ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਸੁਣ ਲੈਂਦੇ ਆ ਭਈਆ ਨਾ ਸਾਰੀ ਹੋ ਜੋ ਪਿੱਛੇ ਠੀਕ ਹੈ भाई माइक थोड़ा थल्ले कर लो, माइक नीचे करो पाजी, माइक डाउन करो माइक थोड़ा थल्ले कर ले ਭਾਜੀ ਤੁਸੀਂ ਪਿੱਛੇ ਹੋ ਜਾਓ ਹੋਰ ਤੁਸੀਂ ਪਿੱਛੇ ਚਲੋ ਮਾਈਕ ਨੀਚੇ ਕਰ ਲਓ ਸਾਡਾ ਮਾਈਕ ਫੜ ਕੇ ਤੁਹਾਡਾ ਕਿਹੜਾ ਮਾਈਕ ਹੈ ਆ ਮੈਂ ਕਿਹਾ ਉਹ ਭਾਈ ਜੀ ਇਹਦਾ ਐਂਗਲ ਖਰਾਬ ਹੋ ਰਿਹਾ ਵਿਚਾਰ ਦਾ ਮੇਰਾ ਕੁਝ ਨਹੀਂ ਜਾਣਾ ਸਿੱਧੂ ਸਾਹਿਬ ਇਹੀ ਕਹਿਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਵਾਅਦਾ ਖਿਲਾਫੀ ਕੈਮਰਾ ਨੀਚੇ ਕਰ ਲਓ ਯਾਰ ਕੌਣ ਆ ਗਏ D5 नीचे करना माइक ਸੱਤਾ ਹਾਸਲ ਕਰਨ ਦਾ ਲਾਲਚ ਮੈਂ ਥੱਲੇ ਕਰ ਲਓ ਯਾਰ ਥੋੜੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ डाउन करो थोड़ा ਝੂਠ ਵੇਚਣ ਵਾਸਤੇ माइक डाउन कर लो यार ਇਹ 1 ਮਹੀਨੇ ਦੇ ਵਿੱਚ ਹੀ ਪੂਰੀ ਤਰ੍ਹਾਂ ਇਹਦਾ ਪਰਦਾ ਫਾਸ਼ ਹੋ ਗਿਆ ਜਿਹੜਾ ਸਭ ਤੋਂ ਵੱਡਾ ਵਾਅਦਾ ਸੀ ਉਹ ਪੰਜਾਬ ਦੇ ਲੋਕਾਂ ਨਾਲ ਇਹ ਸੀ ਵੀ ਸਾਰਿਆਂ ਨੂੰ 600 ਯੂਨਿਟ ਬਿਜਲੀ ਫ੍ਰੀ ਦਿੱਤੀ ਇਹ ਪਹਿਲੀ ਗਰੰਟੀ ਸੀ ठीक है ਸਕਰੀਨ ਬੰਦ ਕਰ ਲਓ ਤੇ ਪਹਿਲੀ ਗਰੰਟੀ 'ਚ ਨੱਕ ਦੇ ਭਾਰ ਡਿਗੇ ਇਹਨੂੰ ਸਮਝ ਨਹੀਂ ਆਉਂਦੀ ਵੀ ਦੇਣੀ ਕਿਵੇਂ ਮੈਨੂੰ ਇੱਕ ਗੱਲ ਦੱਸੋ ਉਦੋਂ ਇਹਨਾਂ ਨੇ ਕਿਹਾ ਸੀ ਵੀ ਕੱਲੀ 200 ਕਿਲੋਵਾਟ ਦੇਵਾਂਗੇ ਔਰ ਐਸਸੀ ਬੀਸੀ भाई पीछे ਔਰ ਫਰੀडम ਫਾਈਟਰ ਤੋਂ ਅਸੀਂ ਵੀ ਦਿੰਦੇ ਸੀ ਇਹਨਾਂ ਨੂੰ ਵੱਧ ਦਿੰਦੇ ਸੀ ਲੋਕਾਂ ਨੇ ਇਹਨਾਂ ਨੂੰ ਇਸ ਕਰਕੇ ਵੋਟਾਂ ਪਾਈਆਂ ਵੀ ਇਹਨਾਂ ਨੇ ਰੱਜ ਕੇ ਝੂਠ ਵੇਚਿਆ ਸੁਪਨੇ ਉਹ ਦਿਖਾਏ ਜਿਹੜੇ ਸਾਕਾਰ ਹੋ ਹੀ ਨਹੀਂ ਸਕਦੇ ਮੈਂ ਉਦੋਂ ਵੀ ਕਹਿੰਦਾ ਸੀ ਭਾਈ ਪੈਸੇ ਕਿੱਥੋਂ ਲਿਆਉਂਗੇ ਮੈਂ ਉਦੋਂ ਵੀ ਕਹਿੰਦੇ ਸੀ ਵੀ ਭਾਈ ਪੰਜਾਬ ਨੀਤੀ ਦੇ ਨਾਲ ਉੱਤੇ ਆਉਣਾ ਹੈ ਉਹ ਨੀਤੀ ਜਿਹਦੀ ਬਜਟਰੀ ਐਲੋਕੇਸ਼ਨ ਹੋਵੇ ਕੋਈ ਰਿਸਰਚ ਹੋਵੇ ਗੱਲਾਂ ਦੇ ਕੜਾਹ ਨਾਲ ਪੰਜਾਬ ਉੱਤੇ ਨਹੀਂ ਆਉਣਾ ਹੁਣ ਡਿਗੇ ਪਏ ਨੇ ਹੁਣ ਖੜੇ ਹੋਣ ਦੀ ਥਾਂ ਨਹੀਂ ਹੁਣ ਲੋਕਾਂ ਨੂੰ ਫੇਸ ਨਹੀਂ ਕਰ ਸਕਦੇ ਸਮਝਦੇ ਹੋ ਭਾਈ ਕਿਹਨੇ ਕਿਹਾ ਸੀ ਵੀ ਹਰੇ ਪੈਨ ਨਾਲ ਪਹਿਲੇ ਦਿਨ ਸਾਈਨ ਹੋਊ ਨਾਲੇ ਤਾਂ 25000 ਬੰਦਿਆਂ ਨੂੰ ਨਵੀਂ ਨੌਕਰੀ ਨਾਲੇ 36000 ਪੱਕੇ ਜਿਹੜੇ 36000 ਪੱਕੇ ਕਹੇ ਸੀ ਘਰ ਦੇ ਬਾਹਰ ਬੈਠੇ ਭਗਵੰਤ ਮਾਨ ਦੇ ਤੇ ਜਿਹੜੇ 25000 ਕਹੇ ਸੀ 1 ਮਹੀਨੇ ਚ ਨੋਟੀਫਿਕੇਸ਼ਨ ਅੱਜ 37 ਦਿਨ ਹੋ ਗਏ ਕਿਹੜਾ ਨੋਟੀਫਿਕੇਸ਼ਨ ਹੋਇਆ ਦਿਖਾ ਮੈਂ ਵੀ ਉਹ ਖੈਰ ਨਾ ਯਾਰ ਸਮਾਂ ਲੱਗਦਾ ਫਿਰ ਕਹਿਣ ਦੀ ਕੀ ਲੋੜ ਸੀ 1 ਮਹੀਨੇ ਚ ਨੋਟੀਫਿਕੇਸ਼ਨ ਫਿਰ ਕਿਉਂ ਕਿਹਾ ਸੀ 24 ਘੰਟੇ ਚ ਬਰਗਾੜੀ ਦਾ ਇਨਸਾਫ ਫਿਰ ਕਿਉਂ ਕਿਹਾ ਸੀ ਵੀ ਪਹਿਲੇ ਦਿਨ ਹਰੀ ਸਿਆਹੀ ਦੇ ਨਾਲ 600 ਯੂਨਿਟ ਉਦੋਂ ਨਹੀਂ ਸੀ ਸੋਚਦਾ ਸਮਾਂ ਉਦੋਂ ਨਹੀਂ ਸੀ ਦੇਖਣਾ ਮੈਂ ਕਿਹਾ ਕੁਵਰ ਵਿਜੇ ਪ੍ਰਤਾਪ ਦਾ ਇਹਨਾਂ ਦੀ ਪਾਰਟੀ ਦਾ ਬੰਦਾ ਹੈ ਸਿੱਧੂ ਸਾਹਿਬ ਇੱਕ ਮਿੰਟ ਅੱਜ ਟ੍ਰੇਨਿੰਗ ਲੈਣ ਗਏ ਹੁਣ ਟ੍ਰੇਨਿੰਗ ਕਰਨੀ ਹੈ ਐਮਓਯੂ ਵੀ ਸਾਈਨ ਹੋ ਰਿਹਾ ਅਨਾੜੀਆਂ ਨੂੰ ਇਹਦਾ ਮਤਲਬ ਆ ਮੈਂ ਅਸੀਂ ਅਨਾੜੀ ਹਾਂ ਟ੍ਰੇਨਿੰਗ ਅਪ੍ਰੈਂਟਿਸ ਹੈ ਜੀ ਵੀ ਸਾਡੇ ਵਾਸਤਾ ਨਹੀਂ ਐਮਓਯੂ ਸਾਈਨ ਕਰਨੇ ਦਿੱਲੀ ਨਾਲ ਦੱਸੋ ਕਿ ਪੰਜਾਬ ਖੁਦ ਮੁਖਤਿਆਰ ਨਹੀਂ ਹੋ ਸਕਦਾ ਸਾਡੇ ਵਕਾਰ ਦੀ ਲੜਾਈ ਹੈ ਭਾਈ ਸਾਡੀ ਹੋਂਦ ਦੀ ਲੜਾਈ ਹੈ ਇਹ ਤੇ ਸਾਡੀ ਪੱਗ ਦੀ ਲੜਾਈ ਬਣਾਤੀ ਇਹਨਾਂ ਨੇ ਫਾਰਮਰ ਸੁਸਾਈਡ ਕਰ ਰਹੇ ਨੇ ਮੈਂ ਔਰ ਦੂਜੀ ਗੱਲ ਮੈਂ ਦੇਖੋ ਮੈਨੂੰ ਗੱਲ ਕਰ ਲੈਣ ਦਿਓ ਇੱਕ ਮਿੰਟ ਗੱਲ ਕਰ ਸਭ ਤੋਂ ਵੱਡਾ ਮੁੱਦਾ ਇਹ ਹੈ ਵੀ ਤੁਸੀਂ 7100 ਅੱਜ ਮੈਗਾਵਾਟ ਡਿਮਾਂਡ ਤੇ ਪਾਵਰ ਪਲਾਂਟ ਸਾਰੇ ਬੰਦ ਹੋਣ ਦੀ ਕਗਾਰ ਦੇ ਉੱਤੇ ਆਏ ਗੋਇੰਦਵਾਲ ਵਾਲੇ ਕੋਲ 2 ਦਿਨ ਦਾ ਕੋਲਾ ਰਹਿ ਗਿਆ ਤਲਵੰਡੀ ਸਾਬੋ 5 ਦਿਨ ਦਾ ਕੋਲਾ ਰਹਿ ਗਿਆ ਇਹਨਾਂ ਕੋਲ 18 ਦਿਨ ਦਾ ਕੋਲਾ ਹੈ ਤੁਸੀਂ ਕਿਹੜੇ ਸਮਾਰਟ ਪੀਪੀਏ ਸਾਈਨ ਕੀਤੇ ਜਿਹੜੇ ਸ਼ਾਰਟ ਟਰਮ ਪੀਪੀਏ ਹੋਣ ਔਰ ਜਦੋਂ ਪੀਕ ਲੋਡ ਹੋਵੇ ਝੋਨਾ ਲੱਗਣ ਵੇਲੇ ਉਹਦੀ ਗਾਰੰਟੀ ਦੇਵੇ ਤੁਸੀਂ ਧਮਕਜੇ ਮਾਰਦੇ ਸੀ 2021 ਦੇ ਵਿੱਚ ਭਗਵੰਤ ਦੀ ਸਟੇਟਮੈਂਟ ਹੈ ਵੀ ਆਉਂਦੇ ਸਾਰ ਪੀਪੀਏ ਕੈਨਸਲ ਕਰਦੇ ਆਂ ਕਰ ਲੋ ਕੀ ਰੀਨੈਗੋਸ਼ੀਏਸ਼ਨ ਕੀਤੀ ਹੈ ਲੋਕਾਂ ਨੂੰ ਦੱਸੋ ਵੀ ਜਿਹੜੇ 600 ਯੂਨਿਟ ਵੀ ਦੇਣੇ ਸੀ ਪੈਸੇ ਕਿੱਥੋਂ ਆਉਣੇ ਆ ਤੇ ਕਿੱਥੇ ਗਿਆ ਤੇਰਾ 20000 ਕਰੋੜ ਰੁਪਏ ਜਿਹੜਾ ਰੇਤੇ ਚੋਂ ਕੱਢਣਾ ਸੀ ਰੇਤੇ ਦੀ ਟਰਾਲੀ 16000 ਦੀ ਹੈ ਭਾਈ ਮਾਈਨਿੰਗ ਬੰਦ ਕਰਕੇ ਤੁਸੀਂ ਲੋਕਾਂ ਤੱਕ ਰੇਤਾ ਤਾਂ ਨਹੀਂ ਪਹੁੰਚਾਤਾ 16000 ਦਾ ਹੈ ਰੇਤਾ ਜਿਹੜਾ 3700 ਦਾ ਮਿਲਦਾ ਹੁੰਦਾ ਕਾਂਗਰਸ ਦੀ ਸਰਕਾਰ 'ਚ ਕਿਹੜੇ ਰੇਟ ਫਿਕਸ ਕੀਤੇ ਆ ਤੁਸੀਂ ਹੈ ਕਿਹੜੀ ਪਾਲਿਸੀ ਬਣਾਤੀ ਤੁਸੀਂ ਸਮਾਂ ਚਾਹੀਦਾ ਜੇ ਸਮਾਂ ਚਾਹੀਦਾ ਚਾਦਰ ਦੇਖ ਕੇ ਪੈਰ ਪਸਾਰਨੇ ਸੀ ਨਾ ਜ਼ਬਾਨ ਦਾ ਮੁੱਲ ਹੁੰਦਾ ਫਿਰ ਭਾਈ ਹੁਣ ਇਹਦੇ ਬਾਰੇ ਦੱਸ ਛੋਟੇ ਭਾਈ ਮੈਂ ਤੈਨੂੰ ਪੁੱਛਦਾ ਸਵਾਲ ਕਦੇ ਓ ਯਾਰ ਕਦੇ ਸਾਡੇ ਵੀ ਸਵਾਲ ਸੁਣ ਕਦੇ ਸਾਡੇ ਸੁਣ ਲੈ ਨਾ ਯਾਰ ਸਾਡੇ ਵੀ ਸਵਾਲ ਸੁਣ ਲੈ ਆਪ ਸੁਪਰੀਮੋ ਕਹਿੰਦਾ ਮਾਰਚ ਦੇ ਵਿੱਚ ਚੁਣਾਵ ਹੋਣਾ ਫਰਵਰੀ ਦੇ ਵਿੱਚ ਕਹਿੰਦਾ ਕੈਂਪੇਨ ਚੱਲੀ ਹੈ ਤੇ 1 ਅਪ੍ਰੈਲ ਤੋਂ
ਕਿਸੇ ਕਿਸਾਨ ਨੂੰ ਖੁਦਕੁਸ਼ੀ ਨਹੀਂ ਕਰਨ ਦਿਆਂਗੇ, ਸਾਡੀ ਜ਼ਿੰਮੇਵਾਰੀ ਹੈ, ਸਾਡੀ ਜ਼ਿੰਮੇਵਾਰੀ ਹੈ। ਕਹਿੰਦਾ ਅਮਨ ਬਾਜੀ ਬਈ ਤੇਰੇ 4 ਖੇਤ ਨੇ ਉੱਥੇ, ਤੈਨੂੰ ਕੀ ਪਤਾ ਖੇਤੀ ਦਾ? दैनिक सवेरा नीचे कर लो भाई, फेस कवर हो रहा है। ਤੁਸੀਂ 2000 ਕਰੋੜ ਦੀ ਸਬਸਿਡੀ ਦਿੰਦੇ ਸੀ, 17000 ਕਰੋੜ ਦੀ ਦਿੰਦੇ ਆ, ਸਮਝਦਾ? ਤੇ ਕਿਹੜੀ ਤੂੰ ਕੰਪਨਸੇਸ਼ਨ ਦੇਤੀ ਉੱਥੇ? ਕਹਿੰਦਾ 1 ਕਰੋੜ ਦੇਾਂਗੇ ਫਾਰਮਰ ਨੂੰ। ਉਦੋਂ ਕਿਹਾ 6 ਸਾਲ ਬਾਅਦ ਜਦੋਂ ਪੰਜਾਬ ਦਾ ਇਲੈਕਸ਼ਨ ਸੀ। ਹੁਣ ਜਦੋਂ ਪੰਜਾਬ 'ਚ ਇਲੈਕਸ਼ਨ ਹੋ ਗਿਆ, ਉਧਰ ਨੂੰ ਤਾਮਿਲਨਾਡੂ, ਉਧਰ ਨੂੰ ਉਧਰ ਚਲੇ ਗਿਆ ਹਿਮਾਚਲ ਪ੍ਰਦੇਸ਼ ਨੂੰ, ਉੱਥੇ ਕਹਿੰਦਾ ਅਸੀਂ ਬਿਜਲੀ ਫ੍ਰੀ ਕਰਤੀ, ਕਰਪਸ਼ਨ ਦੂਰ ਕਰਤੀ। ਕਿਹੜੀ ਕਰਤੀ ਹੋਏ? ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠ ਵੇਚਦਾ ਬੰਦਾ। ਤੇ ਅੱਜ ਹਜੇ ਵੀ ਡੁੱਲੇ ਫੇਰਾਂ ਦਾ ਕੁਝ ਨਹੀਂ ਵਿਗੜਿਆ। ਤੁਸੀਂ 8 ਘੰਟੇ ਬਿਜਲੀ ਦਿਓ ਝੋਨਾ ਲੱਗਣ ਵੇਲੇ, ਕੰਪਨੀਆਂ ਨੂੰ ਜਵਾਬਦੇਹੀ ਬਣਾਓ। ਅਸੀਂ ਬਣਾਇਆ ਸੀ, ਜਿਵੇਂ ਜਦੋਂ ਕੈਪਟਨ ਅਮਰਿੰਦਰ ਸਿੰਘ ਕੱਪੜੇ ਪਾਉਂਦਾ ਹੁੰਦਾ ਬਾਦਲਾਂ ਦੇ ਉੱਤੇ, ਤੇ ਲਾ ਕੇ ਅਸੀਂ ਵਾਈਟ ਪੇਪਰ ਇਸ਼ੂ ਕੀਤਾ ਸੀ। ਔਰ ਵਾਈਟ ਪੇਪਰ ਮੈਂ ਆਪ ਅਨਾਉਂਸ ਕੀਤਾ ਸਾਰੇ ਸਾਹਮਣੇ ਵੀ ਭਾਈ ਇਹਨਾਂ ਨੇ 4000 ਏਕੜ ਜ਼ਮੀਨ ਟ੍ਰਾਂਸਫਰ ਕਰਤੀ, BOT ਕਹਿ ਕੇ ਟੀ ਉਡਾਤਾ, ਬੂ ਕਰਕੇ ਉਹ ਸਾਰੀ ਜ਼ਮੀਨ ਉਹਨਾਂ ਨੂੰ ਦੇਤੀ। ਨਹੀਂ ਤੇ ਟ੍ਰਾਂਸਫਰ ਹੁੰਦੀ ਆ ਉਹ ਸਰਕਾਰ ਨੂੰ, ਮਸ਼ੀਨਰੀ ਡੈਪਰੀਸ਼ੀਏਟ ਕਰਦੀ ਹੈ ਔਰ ਪ੍ਰਾਪਰਟੀ ਐਪਰੀਸ਼ੀਏਟ ਕਰਦੀ ਹੈ। ਇਹਨਾਂ ਹਾਂ ਕਰਜ਼ਾ ਲਿਆ 50000 ਕਰੋੜ ਰੁਪਈਆ ਫਿਕਸ ਚਾਰजेस ਆਲਰੇਡੀ ਪੈ ਚੁੱਕੇ ਆ। ਭਗਵੰਤ ਕਹਿੰਦਾ ਸੀ ਉਦੋਂ 2021 ਚ ਵੀ ਪੰਜਾਬ ਦੇ ਉੱਤੇ 2,25,000 ਕਰੋੜ ਦਾ ਕਰਜ਼ਾ ਚੜ ਜਾਊ ਜੇ PPA ਕੈਂਸਲ ਨਾ ਕੀਤੇ ਹੁਣ। ਤੇ ਹੁਣ ਟ੍ਰੇਨਿੰਗ ਲੈਂਦਾ ਫਿਰਦਾ ਭਾਈ, ਨੈਗੋਸ਼ੀਏਟ ਕਰੋ, ਸਮਾਰਟ PPA ਲੈ ਕੇ ਆਓ। ਮੇਰੇ ਤੋਂ ਸੁਣ ਲਓ ਸਿੱਧੂ ਸਾਹਿਬ, ਉਹ ਕਹਿੰਦੇ ਤੇ ਨੈਗੋਸ਼ੀਏਟ ਕਰੋਗੇ, ਸਮਾਰਟ PPAs ਲੈ ਕੇ ਆਉਂਗੇ, ਪੈਨਲਟੀ ਕਲੌਜ਼ ਲਾਓ। ਇੱਕ ਤਰਫਾ ਕਲੌਜ਼ ਨੇ ਵੀ ਜੇ ਕੋਲਾ ਸਪਲਾਈ ਨਹੀਂ ਹੋਊਗਾ, ਇਹਨਾਂ ਦੇ ਕੰਟਰੈਕਟਾਂ 'ਚ ਕੀ ਲਿਖਿਆ ਹੋਇਆ ਵੀ 2 ਰੁਪਏ ਦੀ ਬਿਜਲੀ 17 'ਚ ਖਰੀਦਾਂਗੇ, 6 ਤੋਂ ਲੈ ਕੇ 17 ਰੁਪਏ 'ਚ। ਔਰ ਕੋਈ ਡੈਪਰੀਸ਼ੀਏਟਿੰਗ ਉਹਦੇ ਵਿੱਚ ਉਹ ਨਹੀਂ ਹੈ ਕਲੌਜ਼। ਇਹਦਾ ਮਤਲਬ ਇਹ ਹੈ ਵੀ ਨਾਰਮਲੀ ਲੋਕ 5 ਸਾਲ ਦਾ ਕੰਟਰੈਕਟ ਸਾਈਨ ਕਰਦੇ ਆ, ਕਿਉਂਕਿ ਜਿਹੜੀ ਸੂਰਜ ਦੀ ਊਰਜਾ ਵਾਲੀ ਬਿਜਲੀ ਹੈ ਉਹਦੇ ਰੇਟ ਹਰ ਸਾਲ ਸਸਤੇ ਹੁੰਦੇ ਆ। ਕੋਈ ਡੈਪਰੀਸ਼ੀਏਟਿੰਗ ਦਾ ਕਲੌਜ਼ ਨਹੀਂ। 25 ਸਾਲ ਦੀ ਕੰਟਰੈਕਟ ਸਾਈਨ ਕਰਦੇ ਵੀ ਤੁਸੀਂ 5 ਸਾਲ ਦੇ ਕਰਨੇ ਸੀ, ਹਰ ਸਾਲ ਬਿਜਲੀ ਦਾ ਰੇਟ 20% ਘਟਦਾ। ਫਿਰ ਉਦੋਂ ਬੈਂਕ ਦੇ ਇੰਟਰਸਟ 20% ਸੀ, ਅੱਜ 6% ਨੇ। ਕਿਉਂ ਨਹੀਂ ਕੀਤਾ ਤੁਸੀਂ? ਫਿਰ ਕੋਲੇ ਦਾ ਤੁਸੀਂ ਕਿਉਂ ਨਹੀਂ ਕਿਹਾ? ਚੰਗਾ ਕੋਲਾ ਲਿਆਓ, ਕੋਈ ਐਪਰੀਸੀਏਸ਼ਨ ਨਹੀਂ, ਮਾੜਾ ਕੋਲਾ ਲਿਆਓ, ਕੋਈ ਪੈਨਲਟੀ ਨਹੀਂ। ਇਹਨੂੰ ਕਹਿੰਦੇ ਨੇ ਪਾਸਵਰਡ ਪਾਲਿਸੀ, ਵੀ ਜੋ ਮਰਜ਼ੀ ਕਰੋ ਯਾਰ, ਸਾਨੂੰ ਤਾਂ ਹੈ ਹੀ ਨਹੀਂ ਕੁਛ। ਉਹ ਕਹਿੰਦੇ ਸਰ 1 ਮਹੀਨੇ ਦੇ ਵਿੱਚ ਅਸੀਂ ਜਿੰਨੇ ਕੰਮ ਕੀਤੇ ਨੇ ਇਹਨੇ ਪਿਛਲੇ 10 ਸਾਲਾਂ ਦੀ ਸਰਕਾਰ ਹਾਏ ਹਾਏ ਹਾਏ। ਫਿਰ ਦੱਸਣ ਪ੍ਰੂਫ ਦੇਣ ਦੀ ਕੀ ਲੋੜ ਪਈ ਆ? ਪ੍ਰੂਫ ਦੇਣ ਦੀ ਕੀ ਲੋੜ ਪਈ ਆ? ਨਹੀਂ ਮਿਲਿਆ, ਧੂੜ ਚ ਧੂੜ ਆਇਆ। ਮੈਂ ਕਹਿੰਦਾ ਸੁਣ, ਸਰਕਾਰ ਵਾਲੇ ਹੋ ਸਕਦੇ PPA ਰੱਦ ਕਿਉਂ ਨਹੀਂ ਕਰਦੇ? ਮੈਂ ਕਹਿੰਦਾ ਅਸੀਂ ਇੱਕ ਰੱਦ ਕਰਤਾ ਸੀ ਜਦੋਂ ਹੀ ਕੈਪਟਨ ਅਮਰਿੰਦਰ ਸਿੰਘ ਲਾਇਆ, ਇੱਕ PPA ਰੱਦ ਹੋਇਆ, ਦੂਜਿਆਂ ਨੂੰ ਨੋਟਿਸ ਗਏ, ਉਹਦਾ ਵੇਰਵਾ ਦੇਵੇ ਆਪ ਸਰਕਾਰ। ਸਿੱਧੂ ਸਾਹਿਬ ਇਹ ਠੋਕ ਕੇ ਕਹੇ ਕਿ ਜੇ ਭਾਈ ਜੇ ਇਹ ਕੋਲਾ ਨਾ ਹੋਇਆ ਤੇ ਪਾਵਰ ਪਲਾਂਟਾਂ ਨੂੰ ਜ਼ਿੰਮੇਵਾਰ ਬਣਾਓਗੇ। ਅੱਜ 3 ਘੰਟੇ ਬਿਜਲੀ ਆਉਂਦੀ ਹੈ, ਇਹ ਕਹਿੰਦਾ ਸੀ ਮੈਂ ਬਿਜਲੀ ਫ੍ਰੀ ਦੇਣ ਜਾਣਦਾ। ਫ੍ਰੀ ਤੇ ਆਪੇ ਹੋਗੀ ਜਦੋਂ 24 ਘੰਟਿਆਂ 'ਚ 2 ਘੰਟੇ ਆਉਂਦੀ ਹੈ, ਫ੍ਰੀ ਤੇ ਆਪੇ ਹੋਗੀ ਕੇਜਰੀਵਾਲ ਸਾਹਿਬ। ਕਨੈਕਸ਼ਨ ਕੱਟੀ ਤੁਰੀ ਜਾਂਦੇ ਆ, ਕਰੰਟ ਕੱਟੀ ਤੁਰੀ ਜਾਂਦੇ ਆ, ਇੰਡਸਟਰੀ ਖਤਮ ਹੋਈ ਪਈ ਹੈ। ਵੇ ਆਊਟ ਬੜਾ ਸਿੰਪਲ ਵੇ ਆਊਟ ਹੈ। ਪਾਲਿਸੀ ਲਿਆਓ, ਬਜਟ ਦੀ ਡਰਿਵਨ ਪਾਲਿਸੀ ਲਿਆਓ ਔਰ ਪੰਜਾਬ ਦਾ ਮਾਫੀਆ ਖਤਮ ਕਰੋ। ਕਿਉਂ ਨਹੀਂ ਦਿੱਤੇ ਗਏ ਇਹ ਪੈਸੇ? ਕਿਉਂਕਿ ਪਿਛਲੇ 25-30 ਸਾਲਾਂ ਤੋਂ ਮਾਫੀਆ ਦੀ ਸਰਕਾਰ ਚੱਲਦੀ ਹੈ। ਪੰਜਾਬ ਦੇ ਪੈਸੇ ਨਿੱਜੀ ਜੇਬਾਂ ਜਾਂਦੇ ਆ, ਕੱਢੋ। ਸਰ ਇੱਕ ਕਿਸਾਨਾਂ ਦੇ ਉੱਤੇ ਯਾਰ ਦੇਖੋ, ਮੈਂ ਤੇ ਜਦ ਤੱਕ ਸਵਾਸ ਹੈ ਤਦ ਤੱਕ ਆਸ ਹੈ। ਜੇ ਕਰਨਗੇ ਜੈ ਜੈਕਾਰ ਕਰੂੰ, ਨਹੀਂ ਕਰਨਗੇ ਪੋਤੜੇ ਖੋਲ ਦੂੰ। ਸਿੱਧੂ ਸਾਹਿਬ ਕਾਂਗਰਸੀ ਬਿਲਕੁਲ ਦੇਖੋ, ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਜੰਮ ਕੇ ਅੱਜ ਜਿਹੜੀ ਮੌਜੂਦਾ ਠੀਕ ਹੈ। ਹੁਣ ਤਾਂ
ਨਵਜੋਤ ਸਿੰਘ ਸਿੱਧੂ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ दबा दे आप ये देख सकते हैं ਤੁਹਾਡਾ ਨਿੱਜੀ ਪ੍ਰੋਗਰਾਮ ਸੀ ਜਾਂ ਪਾਰਟੀ ਦਾ ਪ੍ਰੋਗਰਾਮ ਪਾਰਟੀ ਦਾ ਪ੍ਰੋਗਰਾਮ ਸੀ ਜਾਂ ਨਿੱਜੀ ਪ੍ਰੋਗਰਾਮ ਸਿੱਧੂ ਸਾਹਿਬ ਪਾਰਟੀ ਦਾ ਪ੍ਰੋਗਰਾਮ ਸੀ ਜਾਂ ਨਿੱਜੀ ਪ੍ਰੋਗਰਾਮ ਕਰ ਦਿੰਦੇ ਆ ਕਿ ਪਾਲਿਸੀਆਂ ਲਿਆਉਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਲਈ ਰਸਤਾ ਦੱਸਦੇ ਉਹਨਾਂ ਕਿਹਾ ਕਿ ਪਾਲਿਸੀਆਂ ਲਿਆਉਣ ਦੀ ਲੋੜ ਹੈ ਨਵਜੋਤ ਸਿੰਘ ਸਿੱਧੂ ਇਸ ਵਕਤ ਜਾਰੀ ਮੁੱਦੇ ਅਸ਼ਵਨੀ ਸੇਖੀ ठीक है जी